ਸ਼ਮਾਦਾਨ। ਰੇਡੀਓ ਪੰਜਾਬ ਟੁਡੇ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਸਵਰਨ ਸਿੰਘ ਦਾਨੇਵਾਲੀਆ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਖੁਸ਼ਾਮਦੀਦ। ਅੱਜ ਦਿਨ ਹੈ ਜੀ ਸ਼ੁੱਕਰਵਾਰ, ਤਰੀਕ ਹੈ 15 ਜੁਲਾਈ, ਸਮਾਂ ਭਾਰਤੀ ਕਲੌਕਸ ਦੇ ਉੱਤੇ ਸ਼ਾਮ ਦੇ 6:30। ਸੋ ਸਵਾਗਤ ਹੈ ਜੀ ਤੁਹਾਡਾ ਰੇਡੀਓ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ। ਇਸ ਵਕਤ ਤੁਸੀਂ ਮੇਰੇ ਨਾਲ ਬਠਿੰਡਾ ਸਟੂਡੀਓ ਤੋਂ ਲਾਈਵ ਜੁੜੇ ਹੋਏ ਹੋ। ਤੁਹਾਨੂੰ ਦੱਸ ਦਈਏ ਕਿ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਇਆ ਜੀ ਕੁਇਕ ਟਰੱਕ ਲਿਊਬ ਟੋਰਾਂਟੋ ਵੱਲੋਂ, ਜੋ ਖਾਸ ਕਰਕੇ ਆਪਣੀ ਤੀਜੀ ਸਾਲਗਿਰਾ ਦੇ ਉੱਤੇ, ਥਰਡ ਫਾਊਂਡੇਸ਼ਨ ਡੇ ਦੇ ਉੱਤੇ $75 ਆਫ ਦੇ ਰਹੇ ਨੇ ਜੀ ਥਰਡ ਐਨਵਰਸਰੀ ਦੇ ਉੱਤੇ। ਜੇਕਰ ਤੁਸੀਂ ਇਹਨਾਂ ਕੋਲ ਆਇਲ ਚੇਂਜ ਕਰਵਾਉਂਦੇ ਹੋ ਤਾਂ ਰੇਡੀਓ ਪੰਜਾਬ ਟੁਡੇ ਦਾ ਹਵਾਲਾ ਦੇਣ 'ਤੇ ਤੁਹਾਨੂੰ $75 ਜਿਹੜੇ ਆ ਆਫ ਕੀਤਾ ਜਾਏਗਾ। ਐਡਰੈਸ ਹੈ ਜੀ ਐਗਜ਼ਿਟ 579 ਹਾਈਵੇ 401 401 ਨੈਪਨੀ ਨੀਅਰ ਫਲਾਇੰਗ ਜੇ। ਤੁਸੀਂ ਸੰਪਰਕ ਕਰ ਸਕਦੇ ਹੋ 8887855823 ਤੇ। ਇਹਨਾਂ ਦਾ ਇੱਕੋ ਹੀ ਸਲੋਗਨ ਹੈ, ਬਿਕੋਜ਼ ਵੀ ਕੇਅਰ। ਸੋ ਫ੍ਰੀ ਬਾਰਬੀਕਿਊ ਹੋਏਗਾ ਜੀ ਇਸ ਦਿਨ। ਤੁਸੀਂ ਜਾਓਗੇ ਉੱਥੇ 21 ਜੁਲਾਈ ਨੂੰ, ਤੁਹਾਨੂੰ ਇਹ ਥਰਡ ਐਨਵਰਸਰੀ ਵਾਲੇ ਦਿਨ ਬਾਰਬੀਕਿਊ ਕੀਤਾ ਜਾਏਗਾ, ਫ੍ਰੀ ਟਰੱਕ ਗਰੀਸ ਕੀਤੀ ਜਾਏਗੀ ਅਤੇ 75% ਆਫ ਦਿੱਤਾ ਜਾਏਗਾ। ਤੁਸੀਂ ਆਪ ਤੇ ਪਹਿਲਾਂ ਹੀ ਬੁੱਕ ਕਰਵਾ ਲਓ ਜੀ ਕੋਈ ਵੀ ਸਮਾਂ। ਅਤੇ ਆਗਾਜ਼ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦਾ ਕੁਛ ਵਪਾਰਕ ਸੁਨੇਹਿਆਂ ਦੇ ਨਾਲ, ਤੇ ਫਿਰ ਸਰਦਾਰ ਜਸਪੀਰ ਸਿੰਘ ਭੱਟੀ। ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਸਟੇਟ ਲਾਈਨ ਟਰੱਕ ਐਂਡ ਟ੍ਰੇਲਰ ਵਰਜੀਨੀਆ ਸਟੇਟ ਲਾਈਨ ਤੇ ਲੈ ਕੇ ਆਏ ਨੇ ਟਰੱਕ ਐਂਡ ਟ੍ਰੇਲਰ ਰਿਪੇਅਰ ਸ਼ਾਪ, ਇੰਟਰਸਟੇਟ 81 ਦੇ ਐਗਜ਼ਿਟ 323 ਆਪੋਜ਼ਿਟ ਫਲਾਈਂਗ ਜੇ ਟਰੱਕ ਸ਼ਾਪ, ਜਿੱਥੇ ਟਰੱਕਾਂ ਦੀ ਹਰ ਤਰ੍ਹਾਂ ਦੀ ਤਸੱਲੀ ਬਖਸ਼ ਮੁਰੰਮਤ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਪਾਰਕਿੰਗ ਤੇ ਆਫਿਸ ਸਪੇਸ ਵੀ ਹੈ ਉਪਲਬਧ। ਪੂਰੀ ਰਾਤ, ਹਫ਼ਤਾਵਾਰ ਜਾਂ ਮਹੀਨਾਵਾਰ ਪਾਰਕਿੰਗ ਅਤੇ ਟਰੱਕ ਰਿਪੇਅਰ ਲਈ ਜ਼ਰੂਰ ਆਓ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 6812600050। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਮੁੜ ਤੋਂ ਸਵਾਗਤ ਹੈ ਜੀ। ਬੈਥਲਮ ਦੇ ਵਿੱਚ ਤੁਸੀਂ ਸੰਪਰਕ ਕਰ ਸਕਦੇ ਹੋ ਜੇਕਰ ਤੁਸੀਂ ਕਿਸੇ ਪ੍ਰਕਾਰ ਦੀ ਕਾਰ ਲੈਣੀ ਹੈ ਤਾਂ ਸਟਾਰ ਆਟੋ ਮਾਲ ਤੇ ਬਾਈ ਜੀ ਜਿੰਮੀ ਹੋਰਾਂ ਦੇ ਨਾਲ 6105704200 ਤੇ ਦੂਸਰਾ ਨੰਬਰ ਹੈ ਜੀ 4848988100। ਤੁਹਾਡੇ ਲਈ ਅਫੋਰਡੇਬਲ, ਬੇਸਿਕ, ਸਟੈਂਡਰਡ ਤੇ ਪ੍ਰੀਮੀਅਮ ਦੀਆਂ ਕੋਈ 1500 ਦੇ ਕਰੀਬ 1500 ਕਾਰਸ ਸਟਾਕ ਦੇ ਵਿੱਚ ਨੇ। ਕਨਵਰਟੀਬਲ, ਸੈਡਨ, ਟਰੱਕ, ਵੈਗਨ, ਹਰ ਤਰ੍ਹਾਂ ਦੀ ਤੁਹਾਡੇ ਪੋਕਟ ਦੇ ਅਨੁਸਾਰ, ਤੁਹਾਡੀ ਚੋਇਸ ਦੇ ਅਨੁਸਾਰ। ਜੇਕਰ ਤੁਹਾਨੂੰ ਕਿਸੇ ਪ੍ਰਕਾਰ ਦੀ ਅਕਾਊਂਟਿੰਗ ਦੇ ਵਿੱਚ ਮਦਦ ਚਾਹੀਦੀ ਆ ਤਾਂ ਤੁਸੀਂ ਐਕੂਰੇਟ ਅਕਾਊਂਟਸ ਐਂਡ ਟੈਕਸਿਸ ਵਾਲੇ ਸਰਦਾਰ ਮਹਿੰਦਰ ਸਿੰਘ ਸੋਹਲ ਤੇ ਲੋਕਪਾਲ ਸਿੰਘ ਸੋਹਲ ਹੋਰਾਂ ਨਾਲ 2535208886 253 520 8886 ਦੇ ਉੱਤੇ ਸੰਪਰਕ ਕਰ ਸਕਦੇ ਹੋ। ਇਹਨਾਂ ਦਾ ਆਫਿਸ ਹੈ ਜੀ 24815 104th ਐਵੀਨਿਊ ਸਾਊਥ ਈਸਟ ਕੈਂਟ ਦੇ ਵਿੱਚ। ਇਹ ਤੁਹਾਨੂੰ ਇੰਡੀਵਿਜੂਅਲ ਐਂਡ ਬਿਜ਼ਨਸ ਟੈਕਸ ਰਿਟਰਨਸ, ਸਟੇਟ ਐਂਡ ਲੋਕਲ ਟੈਕਸ ਫਾਈਲਿੰਗ, ਪੇਰੋਲ ਸਰਵਿਸਿਜ਼, ਬੁੱਕ ਕੀਪਿੰਗ, ਬਿਜ਼ਨਸ ਕੰਸਲਟਿੰਗ, ਬਿਜ਼ਨਸ ਐਂਟਾਈਟੀ ਸਿਲੈਕਸ਼ਨ, ਫਾਈਨੈਂਸ਼ੀਅਲ ਸਟੇਟਮੈਂਟਸ, ਨੋਟਰੀ ਪਬਲਿਕ ਤੇ ਟੈਕਸ ਪਲੈਨਿੰਗ ਕਰਕੇ ਦਿੰਦੇ ਨੇ। ਪੰਜਾਬੀ ਦੇ ਵਿੱਚ ਤੁਹਾਡੇ ਨਾਲ ਬੜੇ ਪਿਆਰ ਨਾਲ ਗੱਲ ਕਰਦੇ ਨੇ, ਤੁਹਾਡੀ ਹਰ ਟੈਕਸ ਸੰਬੰਧੀ ਮਸਲੇ ਦਾ ਹੱਲ ਕੱਢ ਕੇ ਦਿੰਦੇ ਨੇ। ਤੁਹਾਡੇ ਘਰ ਦੇ ਵਿੱਚ ਕਿਸੇ ਪ੍ਰਕਾਰ ਦਾ ਫੰਕਸ਼ਨ ਹੈ, ਕੋਈ ਕੈਟਰਿੰਗ ਕਰਾਉਣੀ ਹੈ, ਜਾਂ ਤੁਹਾਡੇ ਘਰੇ ਇੱਕਦਮ ਮਹਿਮਾਨ ਆ ਗਏ ਨੇ, ਤੁਸੀਂ ਫੂਡ ਆਰਡਰ ਕਰਨਾ ਹੈ, ਤਾਂ ਮੱਖਣ ਨਾਗਰਾ ਵੱਲੋਂ ਬਹੁਤ ਹੀ ਜਿਹੜੇ ਤਜਰਬੇਕਾਰ ਸ਼ੈਫ ਨੇ, ਇਹਨਾਂ ਵੱਲੋਂ ਸਪਾਈਸ ਬਲਿਸ ਇੰਡੀਅਨ ਰੈਸਟੋਰੈਂਟ ਕੈਂਟ ਦੇ ਵਿੱਚ 23609
104th ਐਵਨਿਊ ਦੇ ਉੱਤੇ ਤੇ ਸੈਟਲ ਡਾਊਨਟਾਊਨ ਦੇ ਵਿੱਚ 1520 ਬ੍ਰੌਡਵੇ ਦੇ ਉੱਤੇ ਖੋਲ੍ਹ ਦਿੱਤੇ ਗਏ ਨੇ। ਜੇਕਰ ਤੁਸੀਂ ਫੂਡ ਆਰਡਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ 2063531699 ਦੇ ਉੱਤੇ ਕਾਲ ਕਰ ਸਕਦੇ ਹੋ। ਦੂਸਰਾ ਨੰਬਰ ਹੈ 2532467296 ਤੇ ਕਾਲ ਕਰ ਸਕਦੇ ਹੋ। ਸੋ ਤੁਹਾਨੂੰ ਆਨਲਾਈਨ ਡਿਲੀਵਰੀ ਐਪਸ ਦੇ ਉੱਤੇ ਵੀ ਇਹ ਉਪਲਬਧ ਨੇ, ਡੈਸ਼ ਦੇ ਉੱਤੇ, ਉਬਰ ਈਟਸ ਦੇ ਉੱਤੇ। ਸੋ तमाम ਆਨਲਾਈਨ ਡਿਲੀਵਰੀ ਐਪਸ ਦੇ ਉੱਤੇ ਇਹ ਉਪਲਬਧ ਨੇ। ਸੋ ਇਸ ਦੇ ਨਾਲ ਹੀ ਅੱਗੇ ਤੁਹਾਨੂੰ ਹੋਰ ਸੰਦੇਸ਼ ਦਿੰਦੇ ਰਵਾਂਗੇ। ਸਭ ਤੋਂ ਪਹਿਲਾਂ ਸਰਦਾਰ ਜਸਪੀਤ ਸਿੰਘ ਪੱਟੀ ਹੋਰਾਂ ਦਾ ਸਵਾਗਤ ਕਰਦੇ ਹਾਂ ਜੀ। ਪੱਟੀ ਸਾਹਿਬ ਸਤਿ ਸ਼੍ਰੀ ਅਕਾਲ ਜੀ। ਮੇਰੇ ਵੱਲੋਂ ਆਪ ਜੀ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਪੱਟੀ ਸਾਹਿਬ ਕਹਿੰਦੇ ਹੁੰਦੇ ਨਾ ਕਿ ਸਾੜ ਸਤੀ ਇੱਕੋ, ਮੈਨੂੰ ਤਾਂ ਪਤਾ ਨਹੀਂ, ਕਿਤੇ ਹੱਥ ਹੁੱਥ ਨਹੀਂ ਦਿਖਾਇਆ, ਪਰ ਬੜੀ ਚਰਚਾ ਹੁੰਦੀ ਹੈ ਉਹਦੀ ਹਮੇਸ਼ਾ ਹੀ ਵੀ ਫਲਾਣੇ ਤੇ ਤਾਂ ਸਾੜ ਸਤੀ ਚੱਲ ਰਹੀ ਹੈ। ਮੈਨੂੰ ਲੱਗਦਾ ਬਿਕਰਮ ਸਿੰਘ ਮਜੀਠੀਆ ਤੇ ਵੀ ਕੁਛ ਇਹੋ ਜਿਹਾ ਗੱਲ ਹੈ, ਜਿਹਦੇ ਜ਼ਮਾਨਤ ਲਾਉਂਦੇ ਨੇ ਉਹੀ ਜੱਜ ਕਹਿੰਦਾ ਵੀ ਭਰਾਵਾ ਮੈਂ ਨਹੀਂ ਸੁਣਨੀ, ਕਿਤੇ ਹੋਰ ਜਾ। ਬਿਲਕੁਲ ਬਿਲਕੁਲ ਠੀਕ ਹੈ ਗੱਲ ਜੀ। ਸਵਾਲ ਇਹ ਹੈ ਜੀ, ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਇੱਕ 20 ਦਸੰਬਰ ਨੂੰ ਕੇਸ ਦਰਜ ਕੀਤਾ ਜਾਂਦਾ, ਜਿਹਦੇ ਵਿੱਚ ਮੁੜ ਕੇ ਉਹ ਅੰਡਰਗਰਾਊਂਡ ਹੋ ਜਾਂਦੇ ਆ। ਫਿਰ ਪਹਿਲਾਂ ਸੈਸ਼ਨ ਕੋਰਟ ਜਾਂਦੇ ਆ, ਫਿਰ ਹਾਈ ਕੋਰਟ ਜਾਂਦੇ ਆ, ਫਿਰ ਸੁਪਰੀਮ ਕੋਰਟ ਜਾਂਦੇ ਜੀ। ਸੁਪਰੀਮ ਕੋਰਟ ਇਹਨਾਂ ਨੂੰ ਕਿਸੇ ਪ੍ਰਕਾਰ ਦੀ ਰਾਹਤ ਨਹੀਂ ਦਿੰਦਾ, ਨਾ ਇਹਨਾਂ ਨੂੰ ਬੇਲ ਦਿੰਦਾ ਤੇ ਨਾ ਇਹਨਾਂ ਦਾ ਕੇਸ ਖਾਰਜ ਕਰਦਾ। ਇਹ ਕਹਿੰਦੇ ਸੀ ਕੇਸ ਗਲਤ ਹੈ, ਇਹਨੂੰ ਖਾਰਜ ਕੀਤਾ ਜਾਵੇ। ਸੁਪਰੀਮ ਕੋਰਟ ਸਿਰਫ ਇੰਨੀ ਕੁ ਰਾਹਤ ਦੇ ਦਿੰਦਾ, ਭਾਈ ਤੁਸੀਂ ਇਲੈਕਸ਼ਨ ਲੜਨੀ ਹੈ, 20 ਫਰਵਰੀ ਨੂੰ ਵੋਟਾਂ ਪੈਣੀਆਂ ਤੇ 24 ਤਰੀਕ ਨੂੰ ਤੁਸੀਂ ਜਿਹੜੀ ਹੈ ਹੇਠਲੀ ਅਦਾਲਤ ਤੋਂ ਜਾ ਕੇ ਸਰੈਂਡਰ ਕਰੋ। ਇਹ ਮੰਨ ਜਾਂਦੇ ਆ, ਠੀਕ। ਇਹ ਇਲੈਕਸ਼ਨ ਲੜਦੇ ਆ। ਇਲੈਕਸ਼ਨ ਲੜਨ ਤੋਂ ਬਾਅਦ ਜਿਹੜਾ ਸੀ ਇਹ 24 ਤਰੀਕ ਨੂੰ ਜਾ ਕੇ ਜਿਹੜੇ ਸੀ ਮੋਹਾਲੀ ਦੀ ਕੋਰਟ ਦੇ ਵਿੱਚ ਜਿਹੜਾ ਸਰੈਂਡਰ ਕਰਦੇ, ਉਹ ਜੇਲ੍ਹ ਭੇਜ ਦਿੰਦੇ ਆ ਜੀ। 10 ਮਾਰਚ ਨੂੰ ਜਦੋਂ ਰਿਜ਼ਲਟ ਆਉਂਦਾ, ਇਹ ਆਪਣੀ ਚੋਣ ਹਾਰ ਜਾਂਦੇ ਆ ਜੀ। ਪਹਿਲਾਂ ਤਾਂ ਉਹਨਾਂ ਨੂੰ ਉੱਥੋਂ ਸੱਟ ਵੱਜ ਜਾਂਦੀ ਵੀ ਚੋਣ ਹਾਰ ਗਏ। ਦੂਸਰੀ ਚੀਜ਼, ਉਸ ਤੋਂ ਬਾਅਦ ਫਿਰ ਪ੍ਰਕਿਰਿਆ ਸ਼ੁਰੂ ਕਰਦੇ ਆਪਣੀ ਬੇਲ ਦੀ। ਇਹਨਾਂ ਨੂੰ ਇੰਨਾ ਕੁ ਜਿਹੜੇ ਸੀ ਕੌਨਫੀਡੈਂਸ ਸਨ, ਜਾਂ ਵਕੀਲਾਂ ਨੇ ਇੰਨਾ ਕੁ ਭਰੋਸਾ ਦਿੱਤਾ ਸੀ, ਭਾਈ ਤੁਹਾਡੀ ਤੇ ਸਿਰਫ 24 ਘੰਟੇ ਦੀ ਖੇਡ ਆ, ਤੁਹਾਡੀ 48 ਘੰਟੇ ਦੀ ਖੇਡ, ਤੁਹਾਡੀ ਜ਼ਬਾਨ ਤੋਂ ਹੀ ਲਓ ਤੁਸੀਂ। ਜਦੋਂ ਮਜੀਠੀਆ ਸਾਹਿਬ ਜੇਲ੍ਹ ਜਾਣ ਤੋਂ ਬਾਅਦ ਪਹਿਲੀ ਵਾਰੀ ਆਪਣੀ 14 ਦਿਨ ਬਾਅਦ ਤਰੀਕ ਭੁਗਤਣ ਆਈ ਤੇ ਕਚਹਿਰੀ ਜਿ ਖਲੋ ਕੇ ਮੁੱਛ ਨੂੰ ਤਾ ਦਿੱਤਾ ਸੀ। ਆਪਾਂ ਨਹੀਂ ਡਰਦੇ ਕਿਸੇ ਤੋਂ, ਚੜ੍ਹਦੀ ਕਲਾ ਚ ਆਪਾਂ। ਲੇਕਿਨ ਉਸ ਤੋਂ ਬਾਅਦ ਮੁੜ ਕੇ ਇਹ ਅਦਾਲਤ ਚ ਪੇਸ਼ ਨਹੀਂ ਹੋਏ, ਵਰਚੁਅਲ ਇਹਨਾਂ ਆਪਣੀ ਤਰੀਕ ਭੁਗਤੀ। ਉਸ ਤੋਂ ਬਾਅਦ ਫਿਰ ਇਹਨਾਂ ਪ੍ਰਕਿਰਿਆ ਸ਼ੁਰੂ ਕੀਤੀ, ਬੇਲ ਕੀਤੀ, ਨਾ ਇਹਨਾਂ ਨੂੰ ਬੇਲ ਦਿੱਤੀ ਆ ਹਾਈ ਕੋਰਟ ਨੇ, ਨਾ ਸੈਸ਼ਨ ਕੋਰਟ ਨੇ, ਫਿਰ ਹਾਈ ਕੋਰਟ ਚਲੇ ਗਏ। ਹਾਈ ਕੋਰਟ ਦੇ ਵਿੱਚ ਇਹਨਾਂ ਦੋ ਕੰਮ ਸੀ ਵੀ ਇੱਕ ਬੇਲ ਦਿੱਤੀ ਜਾਵੇ ਤੇ ਇੱਕ ਸਾਨੂੰ ਇਹਦੇ ਜਿਹੜਾ ਕੇਸ ਹੈ ਇਹ ਰੱਦ ਕੀਤਾ ਜਾਵੇ। ਕੇਸ ਸਾਡੇ ਗਲਤ ਕੀਤਾ ਹੈ, ਇਹ ਪੋਲੀਟੀਕਲ ਵੈਂਡੇਟਾ ਜੀ। 30 ਮਈ ਨੂੰ ਉਹਦੇ ਉੱਤੇ ਜਿਹੜੀ ਸੁਣਾਈ ਹੋਣ ਤੋਂ ਬਾਅਦ 30 ਮਈ ਨੂੰ ਜਿਹੜਾ ਸੀ ਇਹ ਕੇਸ ਰਾਖਵਾ ਰੱਖ ਲਿਆ ਜਾਂਦਾ, ਜਿਹੜੇ ਤਤਕਾਲੀ ਜੱਜ ਹੁੰਦੇ ਏਜੀ ਮਸੀਹ ਤੇ ਮੋਡਗਨ ਜੀ। ਇਹ ਕੇਸ ਰਾਖਵਾ ਰੱਖ ਲੈਂਦੇ ਵੀ ਤਾਂ ਅਸੀਂ ਫੈਸਲਾ ਬਾਅਦ ਦਿਆਂਗੇ। ਲੇਕਿਨ 4 ਜੁਲਾਈ ਨੂੰ ਆ ਕੇ ਜਿਹੜੇ ਜਸਟਿਸ ਮਸੀਹ ਨੇ ਉਹ ਆਪਣੇ ਲਾਂਭੇ ਕਰ ਦਿੰਦੇ ਤੇ ਜਸਟਿਸ ਚੀਫ ਜਸਟਿਸ ਝਾਅ ਨੂੰ ਇਹ ਕੇਸ ਭੇਜ ਜਾਂਦੇ ਜੀ, ਇਹ ਮੈਂ ਕੇਸ ਨਹੀਂ ਸੁਣਨਾ। ਆਮ ਤੌਰ ਤੇ ਇਹ ਗੱਲ ਹੁੰਦੀ ਆ ਵੀ ਜਦੋਂ ਨਵਾਂ ਬੈਂਚ ਬਣਦਾ, ਜੇ ਇੱਕ ਬੈਂਚ ਬਣਦੇ ਇੱਕ ਜੇ ਲੱਭ ਹੋਇਆ ਤੇ ਉਹਦੀ ਜਗ੍ਹਾ ਤੇ ਦੂਜਾ ਜੱਜ ਪਾ ਕੇ ਤੇ ਬੈਂਚ ਨੂੰ ਕੰਪਲੀਟ ਕਰਕੇ ਤੇ ਸੁਣਾਈ ਕੀਤੀ ਜਾਂਦੀ। ਇਹਦੇ ਵਿੱਚ ਇਹ ਨਹੀਂ ਕੀਤਾ ਗਿਆ। ਇਹਦੇ ਵਿੱਚ ਬਕਾਇਦਾ ਤੌਰ ਤੇ ਫਿਰ ਇਹਨਾਂ ਨੇ ਜੱਜ ਜਿਹੜੇ ਬਦਲੇ ਨੇ, ਉਹਨਾਂ ਜੱਜਾਂ ਦੇ ਵਿੱਚ ਜਿਹੜੇ ਇਹਨਾਂ ਬਦਲੇ ਨੇ ਡਾਕਟਰ ਅਨੂਪ ਚਿਤਕਾਰਾ ਤੇ ਰਾਮਾ ਚੰਦਰ ਰਾਓ ਜੀ, ਇਹ ਨਵਾਂ ਬੈਂਚ ਬਣਿਆ। ਨਵੇਂ ਬੈਂਚ ਬਾਰੇ ਅੱਜ ਉਹਨੇ ਸੁਣਵਾਈ ਕਰਨੀ ਸੀ। ਸੁਣਵਾਈ ਕਰਨ ਤੋਂ ਜਿਹੜਾ ਅਨੂਪ ਚਿਤਕਾਰਾ ਉਹਨੇ ਆਪਣੇ ਆਪ ਨੂੰ ਫਿਰ ਲਾਂਭੇ ਕਰ ਲਿਆ। ਅੱਛਾ ਜੀ। ਉਹਨੇ ਇੰਨੀ ਗੱਲ ਕਹੀ ਵੀ ਜਿਹੜਾ ਇਹਦੇ ਵਿੱਚ ਜਗਜੀਤ ਚਹਿਲ, ਉਹਦਾ ਮੈਂ ਹਿਮਾਚਲ ਦੀ ਹਾਈ ਕੋਰਟ ਚ ਕੇਸ ਲੜਿਆ ਜਦੋਂ ਮੈਂ ਵਕੀਲ ਹੁੰਦਾ। ਅੱਛਾ ਜੀ। ਇਸ ਕਰਕੇ ਕਿਸੇ ਪ੍ਰਕਾਰ ਦੀ ਦੂਸ਼ਣਬਾਣੀ ਤੋਂ ਮੈਂ ਨਾ ਪੈਂਦਾ ਹੋਇਆ ਆਪਣੇ ਆਪ ਨੂੰ ਲਾਂਭੇ ਕਰ ਲੈਂਦਾ। ਹੁਣ ਫਿਰ ਕੇਸ ਜਲਾਵਾ ਜਾਏਗਾ ਚੀਫ ਜਸਟਿਸ ਕੋਲ, ਬਿਲਕੁਲ ਜਾਏਗਾ, ਨਵੇਂ ਨੂੰ ਫੇਰ ਦੇਣਗੇ, ਨਵੇਂ ਬੈਂਚ ਬਣੇਗਾ।
ਨਵਾਂ ਇਹਨਾਂ ਨੂੰ ਰਾਹ ਦਿੰਦਾ ਕਿ ਨਹੀਂ ਦਿੰਦਾ, ਲੇਕਿਨ ਜਿਸ ਤਰੀਕੇ ਨਾਲ ਏਜੀ ਮਸੀਹ ਜਿਹੜੇ ਉਹਨਾਂ ਬਾਰੇ ਕਿਹਾ ਜਾਂਦਾ ਵੀ ਬਹੁਤ ਹੀ ਇਮਾਨਦਾਰ ਜੱਜ ਜੀ, ਮੈਰਿਟ ਤੇ ਫੈਸਲਾ ਕਰਨ ਸੀ। ਪੋਸੀਬਿਲਿਟੀ ਚਰਚਾ ਜਿਹੜੀ ਗੱਲ ਨੂੰ ਆਪਾਂ ਰੁਕ ਨਹੀਂ ਸਕਦੇ, ਚਰਚਾ ਵੀ ਸ਼ਾਇਦ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਪਹੁੰਚ ਕੀਤੀ ਗਈ ਤੇ ਉਹਨਾਂ ਨੇ ਨਾਰਾਜ਼ ਹੋ ਕੇ ਇਸ ਗੱਲ ਤੋਂ ਇਨਕਾਰ ਕਰਤਾ ਵੀ ਮੈਂ ਕੇਸ ਨਹੀਂ ਲੜਨਾ। ਜੀ ਜੀ, ਜਿੱਥੋਂ ਮਰਜ਼ੀ ਕਰਵਾ ਲਓ ਤੁਸੀਂ। ਹਾਂ। ਇਸ ਕਰਕੇ ਮਜੀਠੀਆ ਸਾਹਿਬ ਦੀਆਂ ਮੁਸ਼ਕਲਾਂ ਵਧੀਆ ਪਈਆਂ ਨੇ। 24 ਫਰਵਰੀ ਤੋਂ ਉਹ ਜੇਲ੍ਹ ਦੇ ਵਿੱਚ ਨੇ। ਜੇਲ੍ਹ ਦੇ ਵਿੱਚ ਇਹਨਾਂ ਨੇ ਇੱਕ ਰੌਲਾ ਪਾਤਾ ਜੀ ਮੈਨੂੰ ਬੜਾ ਖਤਰਾ ਵਾ, ਮੈਨੂੰ ਉੱਥੇ ਮਰਵਾ ਦੇਣਾ ਇਹਨਾਂ ਨੇ। ਹਾਂ, ਇਹ ਵੀ ਬੜਾ ਚੱਕਰ ਪੈ ਗਿਆ ਸੀ। ਤੇ ਜਿਹੜਾ ਹੈਗਾ ਸੀ ਸ਼ਾਇਦ ਜੇਲ੍ਹ ਸੁਪਰਡੈਂਟ ਨੂੰ ਜਾ ਕੇ ਅਦਾਲਤ ਜਾ ਕੇ ਨਿਕਲ ਕਹੀ ਸੀ ਵੀ ਜੇ ਇਹਨੂੰ ਖਤਰਾ ਤੇ ਮੈਂ ਆਪਣਾ ਦਫ਼ਤਰ ਇਹਦੇ ਬੈਰਕ ਦੇ ਬਾਹਰ ਬੁਲਾ ਦਿੰਦਾ। ਹਾਂ ਹਾਂ। ਉਦੋਂ ਫਿਰ ਇਹਨਾਂ ਦੀ ਸਿਕਿਉਰਿਟੀ ਹੋਰ ਟਾਈਟ ਕਰ ਦਿੱਤੀ ਤੇ ਮੁੜ ਕੇ ਇਹਨਾਂ ਰੌਲਾ ਪਾਉਣਾ ਸ਼ੁਰੂ ਕਰਤਾ ਵੀ 8x8 ਦੇ ਕਮਰੇ ਦੇ ਵਿੱਚ ਜਿਹੜਾ ਵਾ ਉਹ 6.5 ਫੁੱਟ ਦੇ ਜਵਾਨ ਨੂੰ ਤਾੜਿਆ ਪਿਆ ਵਾ। ਅੱਛਾ ਜੀ, ਫਿਰ ਇਹ ਨਵਾਂ ਕੰਮ ਸ਼ੁਰੂ ਹੋ ਗਿਆ। ਹਾਂ, ਵੀ ਤਾੜਨ ਦੀ ਗੱਲ ਤੁਸੀਂ ਆਪ ਕੀਤੀ ਵੀ ਸਾਨੂੰ ਖਤਰਾ ਉਹਨਾਂ ਨੇ ਤਾੜਤਾ। ਕੱਲੇ ਬੈਰਕ ਚ ਬੰਦ ਕਰ ਦਿੰਦੇ ਤੇ ਬਾਹਰ ਸਿਕਿਉਰਿਟੀ ਲਾਤੀ। ਜਿਹੜੀ ਮਾੜੀ ਮੋਟੀ ਤੁਹਾਨੂੰ ਆਜ਼ਾਦੀ ਮਿਲਣੀ ਸੀ ਉਹ ਵੀ ਤੁਹਾਡੀ ਖਤਮ ਕਰ ਦਿੱਤੀ ਗਈ। ਹਾਂ 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 ਹਾਂ। ਇਸ ਕਰਕੇ ਕਈ ਵਾਰੀ ਆਪ ਹੀ ਜਿਹੜਾ ਆਪਣੇ ਪੈਰ ਤੇ ਘੁਆੜਾ ਮਾਰ ਲੈਂਦਾ। ਉਹ ਘੁਆੜਾ ਇਹੋ ਜਿਹਾ ਮਾਰੀ ਦਾ ਜਿਹੜਾ ਇਲਾਜ ਮੁੜ ਕੇ ਹੁੰਦਾ ਨਹੀਂ ਸਾਡੇ ਕੋਲ ਕੋਈ ਜੀ। ਹੁਣ ਜਿਹੜੀ ਅੱਜ ਇਹਨਾਂ ਨੂੰ ਰਾਹਤ ਮਿਲਦੀ ਆਸ ਸੀ ਵੀ ਸ਼ਾਇਦ ਸਾਡੀ ਸੁਣਵਾਈ ਹੋਣ ਤੋਂ ਬਾਅਦ ਕੁਛ ਨਾ ਕੁਛ ਰਾਹਤ ਮਿਲੇ, ਲੇਕਿਨ ਜੱਜ ਸਾਹਿਬ ਨੇ ਫਿਰ ਲੰਬੇ ਪਾਸੇ ਹੋ ਗਏ ਨੇ। ਅਗਲਾ ਬੈਂਚ ਬਣੂਗਾ ਫਿਰ ਹਫ਼ਤਾ ਤੱਕ ਤੇ ਫਿਰ ਲੱਗ ਹੀ ਜਾਏਗਾ। ਹੁਣ ਅਗਲੇ ਹਫ਼ਤੇ ਫਿਰ ਸੁਣਵਾਈ ਹੋਏਗੀ, ਦੇਖੋ ਕੀ ਕਰਦੇ ਜੱਜ ਸਾਹਿਬ। ਜੀ ਜੀ। ਅੱਛਾ ਪੱਟੀ ਸਾਹਿਬ, ਪੰਜਾਬ ਤੁਹਾਨੂੰ ਪਤਾ ਹੈ ਆਪਣੇ ਹੱਲ ਲੱਭਦਾ, ਹੱਲ ਤਲਾਸ਼ ਕਰਦਾ, ਆਪਣੀਆਂ ਮੁਸੀਬਤਾਂ ਦਾ ਕਿਸੇ ਤੋਂ ਕਹਿੰਦਾ ਵੈਦ ਕੋਲੇ ਨਬਜ਼ ਫੜਾਉਂਦਾ ਫਿਰਦਾ ਵੀ ਕੋਈ ਤਾਂ ਵੈਦ ਇਹਦਾ ਮੇਰੀ ਬਿਮਾਰੀ ਦਾ ਹੱਲ ਕਰੂਗਾ ਜੀ। ਭਗਵੰਤ ਮਾਨ ਹੋਰਾਂ ਨੂੰ ਨਬਜ਼ ਫੜਾਈ ਤਾਂ ਨਾਰਾਜ਼ ਹੋ ਗਏ ਭਗਵੰਤ ਮਾਨ ਤੇ ਪੰਜਾਬੀ ਵੀ ਭਾਈ ਨਬਜ਼ ਤੈਨੂੰ ਫੜਾਈ ਸੀ, ਤੂੰ ਤਾਂ ਕਹਿੰਦਾ ਦਿੱਲੀ ਫੜਾਤੀ। ਉਹਨਾਂ ਨੇ ਹੁਣ ਸਿਮਰਜੀਤ ਸਿੰਘ ਮਾਨ ਹੋਰਾਂ ਨੂੰ ਆਪਣੀ ਨਬਜ਼ ਫੜਾਤੀ ਤੇ ਸਿਮਰਜੀਤ ਸਿੰਘ ਮਾਨ ਹੋਰਾਂ ਨੇ 99 ਵਾਂਗੂ ਫੇਰ ਕਿਰਪਾਨ ਦਾ ਮੁੱਦਾ ਜਿਹੜਾ ਉਹ ਅੱਗੇ ਰੱਖ ਲੈਂਦਾ। ਕੀ ਬਣੂਗਾ? ਸਿਮਰਜੀਤ ਸਿੰਘ ਮਾਨ ਜਦੋਂ ਬੰਦਾ 100 ਦੇ ਸੁੱਖ ਠਾਣਾ ਪਿੱਛੇ ਇਹਨਾਂ ਦਾ ਤੇ ਇਹਨਾਂ ਨੂੰ ਕੋਈ ਹੋਰ ਹੀ ਫਟੂਰ ਚੜ ਜਾਂਦਾ ਜੀ। ਕੱਲ ਜਦੋਂ ਹਰਿਆਣੇ ਦੇ ਵਿੱਚ ਇੱਕ ਹੋਟਲ ਤੇ ਰੁਕੇ ਨੇ, ਉੱਥੇ ਸਰਦਾਰ ਪਰਮਜੀਤ ਸਿੰਘ ਕੇ ਸ਼ਾਇਦ ਹਰਜੀਤ ਸਿੰਘ ਉਹਨਾਂ ਨੇ ਸਵਾਗਤ ਕੀਤਾ, ਇਹਨਾਂ ਦੇ ਗਲ 'ਚ ਹਾਰ ਹੂਰ ਪਾਏ, ਉੱਥੇ ਮੀਡੀਆ ਵਹਿ ਗਿਆ, ਲੋਕ ਹੀ ਵੇਖ ਜੀ। ਇਹਨਾਂ ਨੇ ਉੱਥੇ ਰਾਗ ਲਾਭ ਦਿੱਤਾ ਵੀ ਮੈਂ ਆਪਣੀ 3 ਫੁੱਟੀ ਤੇ 6 ਇੰਚੀ ਕਿਰਪਾਨ ਜਿਹੜੀ ਉਹ ਨਾਲ ਲੈ ਕੇ ਬਕਾਇਦਾ ਤੌਰ ਤੇ ਜਾਊਂਗਾ, ਜੇ ਨਹੀਂ ਜਾਣ ਦੇਣਗੇ ਤੇ ਬਿਲਕੁਲ ਨਹੀਂ ਜਾਊਂਗਾ ਜੀ, ਮੈਂ ਓਥ ਨਹੀਂ ਲਊਂਗਾ। ਹਾਂ, ਇਹਨਾਂ ਦੀ ਪਲੀ ਕੀ ਹੁੰਦੀ ਹੈ ਜੀ? ਕਹਿੰਦੇ 3 ਫੁੱਟੀ ਕਿਰਪਾਨ ਸਾਡੀ ਇੱਕ ਧਾਰਮਿਕ ਚਿੰਨ੍ਹ ਆ ਤੇ ਇੱਕ ਪੰਡਤ ਆ ਤੇ ਉਹਦੀ ਬੋਧੀ ਚਿੰਨ੍ਹ, ਜੇ ਬੋਧੀ ਜਾ ਸਕਦੀ ਤੇ ਕਿਰਪਾਨ ਤੋਂ ਨਹੀਂ ਜਾ ਸਕਦੀ। ਚਲੋ ਠੀਕ ਹੈ। 1999 ਦੇ ਵਿੱਚ ਜਦੋਂ ਇਹ ਬਣੇ ਸੀ ਮੈਂਬਰ ਪਾਰਲੀਮੈਂਟ, ਉਸ ਵੇਲੇ ਸਾਡੇ ਪ੍ਰਧਾਨ ਮੰਤਰੀ ਬਣੇ ਸੀ ਵੀਪੀ ਸਿੰਘ ਹੋਣੀ ਜੀ। ਵੀਪੀ ਸਿੰਘ ਇਹਨਾਂ ਦੇ ਪਿੱਛੇ ਜੀ ਮਾਨ ਸਾਹਿਬ ਉਹ ਬਹਿ ਕੇ ਗੱਲ ਕਰੀਏ, ਤੁਹਾਨੂੰ ਪੰਜਾਬ ਦੀ ਕਮਾਂਡ ਸੰਭਾਲ ਲੈਂਦੇ ਆ, ਤੁਸੀਂ ਸਰਕਾਰ ਚਲਾਓ, ਆਪਾਂ ਦੇਸ਼ ਵੀ ਚਲਾਉਣਾ ਜੀ। ਇਹ ਮੰਨਣ ਲਈ ਤਿਆਰ ਨਹੀਂ ਸੀ। ਵੀਪੀ ਸਿੰਘ ਇਹਨਾਂ ਨੂੰ ਮਿਲਣ ਵਾਸਤੇ ਗਏ ਤੇ ਇਹ ਗਾਂਹ ਕਿਤੇ ਚਲੇ ਗਏ, ਨਹੀਂ ਮਿਲੇ। ਇੱਕ ਪ੍ਰਧਾਨ ਮੰਤਰੀ ਜਿਹੜੇ ਪਿੱਛੇ ਆ, ਤੁਸੀਂ ਗੱਲ ਤਾਂ ਸੁਣ ਲਓ ਉਹਨਾਂ ਦੀ ਜੀ, ਕਿਉਂਕਿ ਇਹ ਪੋਲੀਟੀਸ਼ੀਅਨ ਨਹੀਂ ਸੀ, ਇਹ ਬਿਊਰੋਕਰੇਟ ਸੀ। ਜਦੋਂ ਵੀਪੀ ਸਿੰਘ ਹੁਣੀ ਚੰਡੀਗੜ੍ਹ ਇੱਕ ਸਮਾਗਮ ਵਿੱਚ ਆਏ ਤੇ ਇਹਨਾਂ ਨੂੰ ਮਿਲਣਾ ਸੀ ਤੇ ਇਹ ਜਾ ਕੇ ਹਸਪੀਟਲ ਐਡਮਿਟ ਹੋ ਗਏ ਵੀ ਮੈਂ ਆਪਣੇ ਪੀਜੀ ਦਾਖਲ ਹੋ ਜੀ, ਮੈਨੂੰ ਹਾਰਟ ਦੀ ਪ੍ਰੋਬਲਮ ਹੈ ਜੀ। ਲੇਕਿਨ ਵੀਪੀ ਸਿੰਘ ਨੇ ਡਾਕਟਰ ਬੁਲਾਏ ਵੀ ਪ੍ਰੋਬਲਮ ਕੀ ਹੈ, ਉਹਨਾਂ ਨੇ ਦੱਸਿਆ ਸੱਚੀ ਗੱਲ ਦੀ ਤੇ ਐਵੇਂ ਬਿਠੇ ਪ੍ਰੋਬਲਮ ਕੋਈ ਨਹੀਂ ਹੈਗੀ, ਤੇ ਵੀਪੀ ਸਿੰਘ ਡਾਕਟਰ ਦੀ ਪਰਮਿਸ਼ਨ ਲੈ ਕੇ ਉੱਥੇ ਜਾ ਕੇ ਮਿਲੇ ਉਹਨਾਂ ਨੂੰ। ਤੇ ਉਹਨਾਂ ਨੇ ਫਿਰ ਕੋਈ ਵੀ ਗੱਲ ਕਰਨ ਤੋਂ ਇਨਕਾਰ ਕਰਤਾ। ਵੀਪੀ ਸਿੰਘ ਨੇ ਕਹਿਤਾ ਮਾਨ ਸਾਹਿਬ ਸਾਡੀ ਇਹ ਨਿਯਮ ਨਹੀਂ ਹੈਗੇ, ਸਾਡੀ ਮਰਿਆਦਾ ਨਹੀਂ ਹੈਗੀ, ਤੁਹਾਡੀ ਕਿਰਪਾਨ ਵਾਸਤੇ ਮੈਂ ਪਾਰਲੀਮੈਂਟ ਦੇ ਵਿੱਚ ਬਾਹਰ ਇੱਕ ਬਕਾਇਦਾ ਤੌਰ ਤੇ ਸ਼ੀਸ਼ੇ ਦਾ ਬਕਸਾ ਬਣਾ ਦੇਣਾ, ਜਿੱਦਾਂ ਦਾ ਤੁਸੀਂ ਬਣਾਉਣਾ, ਉੱਤੇ ਸੋਨਾ ਵੀ ਦਵਾ ਦਿੰਦਾ। ਉਹ ਦੱਸੋ ਕਹਿੰਦੇ ਜੇ ਤੁਸੀਂ ਆਪਣੀ ਕਿਰਪਾਨ ਰੱਖ ਕੇ ਜਾਓ, ਅੰਦਰ ਜਾਓ, ਆਪਣੀ ਗੱਲ ਕਰੋ ਤੇ ਬਾਹਰ ਆ ਕੇ ਕਿਰਪਾਨ ਲੈ ਲਓ, ਅਸੀਂ ਤੁਹਾਨੂੰ ਸਹਿਯੋਗ ਤੁਹਾਡਾ ਚਾਹੁੰਦੇ, ਪੰਜਾਬ ਦਾ ਮਾਹੌਲ ਠੀਕ ਕਰਨਾ ਆਪਾਂ। ਲੇਕਿਨ ਮਾਨ ਸਾਹਿਬ ਕਹਿੰਦੇ ਮੈਂ ਨਾ ਮੰਨ ਜੀ, ਨਾ ਇਹ ਅੰਦਰ ਗਏ, ਨਾ ਸਹੁੰ ਚੁੱਕੀ ਤੇ ਸੱਚੇ ਮੂੰਹ ਵਾਪਸ ਆਏ।
1998 ਦੇ ਵਿੱਚ ਜਦੋਂ 99 ਚੋਣ ਹੋਣੀ ਸੀ, 1998 ਦੇ ਵਿੱਚ ਭਾਈ ਰਣਜੀਤ ਸਿੰਘ ਜਥੇਦਾਰ ਅਕਾਲ ਤਖਤ ਸੀ ਤੇ ਇਹ ਅਕਾਲ ਤਖਤ ਤੇ ਜਾਂਦੇ ਨੇ ਜੀ, ਜਾ ਕੇ ਭਾਈ ਰਣਜੀਤ ਸਿੰਘ ਨੂੰ ਮਿਲਦੇ ਜੀ, ਇਹ 3 ਫੁੱਟੀ ਕਿਰਪਾਨ ਹੈ, ਇਹ ਅਸੀਂ ਜੇ ਅੰਦਰ ਪਾਰਲੀਮੈਂਟ 'ਚ ਜਾ ਸਕਦੇ ਤੇ ਦੱਸੋ ਹੁਣ ਸਾਨੂੰ ਕੀ ਹੁਕਮ ਆ। ਉਹਨਾਂ ਕਦੀ ਕਿਰਪਾਨ ਇੱਥੇ ਰੱਖ ਦਿਓ। ਪਾਰਲੀਮੈਂਟ ਦੇ ਵਿੱਚ ਜਿਹੜੀ ਆ ਉਹ ਸਾਡੀ ਲੜਾਈ ਆ ਵਿਚਾਰਾਂ ਦੀ, ਨਾ ਕਿ ਤਲਵਾਰਾਂ ਦੀ। ਜੀ, ਤੁਸੀਂ ਜਾ ਕੇ ਵਿਚਾਰਾਂ ਨਾਲ ਆਪਣੀ ਗੱਲ ਕਰੋ, ਸੰਵਾਦ ਨਾਲ ਗੱਲ ਕਰੋ, ਤੁਸੀਂ ਵਧੀਆ ਤਰੀਕੇ ਨਾਲ ਰੱਖ ਸਕਦੇ ਹੋ। ਤੁਹਾਡੇ ਪਿਛਲੇ ਸਾਰੇ ਗੁਨਾਹ ਮਾਫ, ਤੁਹਾਡੀਆਂ ਜਿੰਨੀਆਂ ਗਲਤੀਆਂ ਸਾਰੀ ਮਾਫ ਜੀ। ਇਹ ਉੱਥੋਂ ਉਦੋਂ ਕਿਰਪਾਨ ਰੱਖ ਕੇ ਆਏ, ਕਿਰਪਾਨ ਰੱਖ ਕੇ ਉਹਨੇ ਕਿਹਾ ਜਥੇਦਾਰ ਸਾਹਿਬ ਜੋ ਕਿਹਾ ਸੀ ਉੱਤੇ ਪੂਰਨੇ ਪਾਤੇ ਨੇ। ਇਹਨਾਂ ਨੇ ਮੁੜ ਕੇ 99 ਵਿੱਚ ਕਿਰਪਾਨ ਜਿੱਤੇ ਤੇ ਕਿਰਪਾਨ ਲੈ ਕੇ ਨਹੀਂ ਗਿਆ ਤੇ ਇਹਨਾਂ ਨੂੰ 3 ਵੱਡੀਆਂ ਕਮੇਟੀਆਂ ਦਾ ਮੈਂਬਰ ਪਾਇਆ ਗਿਆ। ਸੋਚੇ ਵੀ ਪੜ੍ਹਿਆ ਲਿਖਿਆ ਬੰਦਾ ਹੈ। ਪੰਜਾਬ ਦੇ ਮੁੱਦੇ ਕੀ ਬੜੇ ਮੁਸਤੈਦੀ ਦਾ ਠਾਏ ਇਹਨਾਂ ਨੇ ਬੜੇ ਤਰੀਕੇ। ਬਹੁਤ ਵਧੀਆ ਜੀ। ਅੱਜ ਵੀ ਉਹ ਰੈਫਰੈਂਸ ਦੇ ਤੌਰ ਦੇ ਉੱਤੇ ਮੈਂ ਅਮਰੀਕਾ ਸੁਣੀਆਂ ਕਿ ਉਹ ਆਡੀਓ ਦੁਬਾਰ ਤੋਂ ਵੀਡੀਓ ਉਹਨਾਂ ਦੀਆਂ ਚਰਚਾ 'ਚ ਆ ਗਈਆਂ ਨੇ। ਜੀ ਜੀ ਜੀ। ਤੇ ਜਿਹੜਾ ਉਦੋਂ ਤਤਕਾਲੀ ਪ੍ਰਧਾਨ ਮੰਤਰੀ ਦੇ ਸਪੀਕਰ ਸੀ, ਉਹਨਾਂ ਨੇ ਬਹੁਤ ਸਤਿਕਾਰ ਕਰਦਾ ਸੀ ਯਾਰ, ਘੱਟੋ ਘੱਟ ਬੰਦਾ ਆਪਣੀ ਗੱਲ ਤੇ ਕਰਦਾ ਤਰੀਕੇ ਨਾਲ। ਲੇਕਿਨ ਜਿਹੜੀ ਹੁਣ ਇਹਨਾਂ ਨੇ ਗੱਲ ਕੀਤੀ ਉਹਦਾ ਖੰਡਨ ਬਕਾਇਦਾ ਤੌਰ ਤੇ ਉਹਨਾਂ ਦੇ ਦਫ਼ਤਰ ਸਕੱਤਰ ਇਕਬਾਲ ਸਿੰਘ ਟਿਵਾਣਾ ਨੇ ਕੀਤਾ ਜੀ। ਉਹ ਕਹਿੰਦੇ ਨੇ ਕਿ ਇਹ ਸਿਰਫ ਮਾਨ ਸਾਹਿਬ ਨੂੰ ਬਦਨਾਮ ਕਰਨ ਦੀ ਜਿਹੜੀ ਮਾਸ਼ਾ ਪ੍ਰੈਸ, ਮਾਸ਼ਾ ਪ੍ਰੈਸ ਸਮਝਦੇ ਜੀ ਜਲੰਧਰ ਵਾਲੀ, ਉਹ ਜਿਹੜੀ ਆ ਉਹ ਜਾਣਬੁੱਝ ਕੇ ਇਹੋ ਜਿਹੀਆਂ ਖਬਰਾਂ ਲਾ ਕੇ ਤੇ ਇਹ ਕੰਮ ਖਰਾਬ ਕਰਦੀ। ਮਾਨ ਸਾਹਿਬ ਅੰਦਰ ਵੀ ਜਾਣਗੇ, ਸਹੁੰ ਵੀ ਚੁੱਕਣਗੇ ਤੇ ਪੰਜਾਬ ਦੇ ਮੁੱਦੇ ਵੀ ਮੁਸ਼ਤੱਦੇ ਚੁੱਕਣਗੇ ਜੀ। ਇਹ ਹੁਣ ਉਹਨਾਂ ਦੀ ਗੱਲ ਹੈ ਸਰਦਾਰ ਇਕਬਾਲ ਸਿੰਘ ਟਿਵਾਣਾ ਦੀ। ਔਰ ਮੈਂ ਇਹ ਗੱਲ ਕਹਿ ਦਿਆਂ ਵੀ ਜੇ ਮਾਨ ਸਾਹਿਬ ਨੇ ਐਤਕੀ ਕਿਤੇ ਕਿਰਪਾਨ ਦਾ ਮੁੱਦਾ ਖੜਾ ਕਰ ਦਿੱਤਾ ਤੇ ਫਿਰ ਐਸਜੀਪੀਸੀ ਚੋਣਾਂ 'ਚ ਆਸ ਰੱਖਣ ਤੇ ਆਪ ਵੀ ਜਿੱਤ ਜਾਣਗੇ ਨਾ। ਫਿਰ ਤਾਂ ਲੋਕਾਂ ਨੇ ਜਿੱਤਾਂ ਗੱਲ ਹੀ ਤੁਹਾਨੂੰ ਉਹਦੀ ਨਿਰਾਸ਼ ਖਤਮ। ਇੰਨੇ 'ਚ ਹੀ ਲੋਕ ਨਿਰਾਸ਼ ਹੋ ਗਏ ਹੋਣੇ ਇੰਨੀ ਗੱਲ ਨਾਲ ਹੀ। ਬਿਲਕੁਲ ਲੋਕ ਨਿਰਾਸ਼ ਨੇ, ਲੋਕ ਨਿਰਾਸ਼ ਨੇ। ਇਸ ਕਰਕੇ ਮਾਨ ਸਾਹਿਬ ਨੇ ਜਿਹੜੇ ਉਹਦੇ ਪੀਏ ਨੇ ਇੰਨੀ ਗੱਲ, ਦਫ਼ਤਰ ਸਕੱਤਰ ਨੇ ਇੰਨੀ ਗੱਲ ਇਕਬਾਲ ਸਿੰਘ ਟਿਵਾਣਾ ਨੂੰ ਪੁੱਛ ਕੇ ਗੱਲ ਕੀਤੀ ਹੋਊਗੀ, ਫਰੀ ਨਹੀਂ ਕੀਤੀ ਹੋਊਗੀ। ਕਿਉਂ ਉਹਨਾਂ ਨੇ ਇੱਕ ਟੈਸਟ ਕੀਤਾ ਹੋਊਗਾ ਵੀ ਕਿਰਪਾਨ ਦਾ ਮੁੱਦਾ ਠਾਵਾ ਤੇ ਰਿਐਕਸ਼ਨ ਕੀ ਹੁੰਦਾ। ਰਿਐਕਸ਼ਨ ਕੀ ਹੁੰਦਾ? ਰਿਐਕਸ਼ਨ ਤੋਂ ਨੈਗੇਟਿਵ ਹੋਣਾ ਹੀ, ਉਹਨੇ ਨੈਗੇਟਿਵ ਦੀ ਪਤਾ ਹੀ ਪਤਾ ਸੀ। ਬਿਲਕੁਲ ਬਿਲਕੁਲ। ਇਸ ਕਰਕੇ ਮਾਨ ਸਾਹਿਬ ਨੂੰ ਜੇ ਕਿਤੇ ਐਤਕੀ ਉਹ ਪਾਰਲੀਮੈਂਟ ਜਾਣਗੇ, ਮੈਨੂੰ ਉਹਦੇ ਪਿੱਛੇ ਦੀ ਗੱਲ ਕੀਤੀ, ਮੈਨੂੰ ਕਹਿੰਦੇ ਜੀ ਮੋਦੀ ਨੂੰ ਪਰ ਮੈਂ ਕਿਹਾ ਮੋਦੀ ਨੂੰ ਅੱਜ ਇਹ ਫੋਨ ਕਰਨਾ ਮਾਨ ਸਾਹਿਬ, ਮੈਂ ਮੁਝੇ ਮਿਲਣਾ ਤੇ ਹੋ ਗਿਆ ਤੂੰ ਹੁਣੇ ਆ ਜਾ ਕੋਈ। ਉਹ ਅੰਦਰ ਖਾਤੇ ਇੰਨਾ ਸਤਿਕਾਰ ਕਰਦੇ ਇਹਨਾਂ ਦਾ ਮਾਨ ਸਾਹਿਬ ਦਾ ਵੀ, ਜਿਹੜਾ ਪੜ੍ਹਿਆ ਲਿਖਿਆ ਬੰਦਾ, IPS ਅਫਸਰ ਆ, ਪਿਛਲੇ ਜਿਹੜੇ ਕੰਮ ਕੀਤੇ ਬੜੀ ਵਧੀਆ ਕੀਤੇ ਪਾਰਲੀਮੈਂਟ 'ਚ ਆ ਕੇ। ਮਤਲਬ ਜਦੋਂ ਡਿਫੈਂਸ ਕਮੇਟੀ ਦਾ ਮੈਂਬਰ ਬਣਾਇਆ, ਫੋਰਨ ਕਮੇਟੀ ਦਾ ਮੈਂਬਰ ਬਣਾਇਆ, ਸਟੈਂਡਿੰਗ ਕਮੇਟੀ ਦੇ ਮੈਂਬਰ ਬਣਾਇਆ, ਬੜੇ ਵਧੀਆ ਸੁਝਾਅ ਦਿੱਤੇ ਉੱਥੇ ਆਪਣੇ। ਤੁਹਾਨੂੰ ਪਤਾ ਹੋਏਗਾ ਇੱਕ ਵਾਰੀ ਹਿਊਮਨ ਰਾਈਟਸ ਦੀ ਇੱਕ ਇੰਟਰਨੈਸ਼ਨਲ ਲੈਵਲ ਤੇ ਮੀਟਿੰਗ ਸੀ ਜੀ, ਤੇ ਡਾਕਟਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸੀਗੇ। ਹਾਂਜੀ। ਹੁਣ ਜੇ ਕਿਤੇ ਸਾਡੇ ਗਏ ਨੇ, ਜਦੋਂ ਸਾਡੀ ਜਨਰਲ ਕੌਂਸਲ ਦੀ ਮੀਟਿੰਗ ਹੋਈ ਆ ਉਦੈਪੁਰ ਦੇ ਵਿੱਚ ਜੀ, ਆਪਾਂ ਅੱਗੇ ਵੀ ਗੱਲ ਕੀਤੀ ਸੀ, ਤੁਸੀਂ ਹੈ ਨਹੀਂ ਸੀ ਤੇ ਮੈਂ ਨਹੀਂ ਗੱਲ ਕੀਤੀ ਸੀ ਵੀ ਉੱਥੇ ਚਾਹੀਦਾ ਸੀ ਇੱਕ ਸੁਖਪਾਲ ਸਿੰਘ ਖਹਿਰਾ ਜੀ, ਉੱਥੇ ਚਾਹੀਦਾ ਸੀ ਨਵਜੋਤ ਸਿੰਘ ਸਿੱਧੂ ਜੀ, ਉੱਥੇ ਚਾਹੀਦਾ ਸੀ ਪ੍ਰਤਾਪ ਸਿੰਘ ਬਾਜਵਾ। ਜੇ ਕਿਤੇ ਇੱਕ ਬੰਦਾ ਨਾਲ ਲੈ ਜਾਂਦੇ ਤੇ ਮਾੜਾ ਕੀ ਸੀ। ਹੁਣ ਇਹ 2 ਬੰਦੇ ਜਿਹੜੇ ਗਏ ਉਹ ਆਪਣਾ ਪੱਖ ਸਹੀ ਤਰੀਕੇ ਨਾਲ ਪੇਸ਼ ਨਹੀਂ ਕਰ ਸਕੇ ਉੱਥੇ। ਜਿਹੜੇ ਹੈਗੇ ਸੀ ਗੁਆਂਢੀ ਮੁਲਕ ਦੇ ਸਾਡੇ ਖੱਟੜ ਸਾਹਿਬ ਪਰ ਦਾ ਮੁੱਖ ਮੰਤਰੀ, ਉਹ ਆਪਣੀ ਪੂਰਾ ਹਮਲਾ ਫਿਲਹਾਲ ਲੱਗੇ ਉਹਨੇ ਆਪਣੀ ਗੱਲ ਪੇਸ਼ ਕੀਤੀ, ਆਪਣੀ ਗੱਲ ਬਣਾਈ ਉਹਨਾਂ ਨੇ। ਜਦੋਂ ਉਹ ਡਾਕਟਰ ਮਨਮੋਹਨ ਸਿੰਘ ਹੈਗੇ ਸੀ ਪ੍ਰਧਾਨ ਮੰਤਰੀ ਤੇ ਇੰਟਰਨੈਸ਼ਨਲ ਜਿਹੜੀ ਸੀ ਹਿਊਮਨ ਰਾਈਟਸ ਦੀ ਮੀਟਿੰਗ ਸੀ ਕਿ ਕੋਈ ਸੈਮੀਨਾਰ ਹੋਏਗਾ, ਤੇ ਉੱਥੇ ਬਕਾਇਦਾ ਤੌਰ ਤੇ ਉਹਨਾਂ ਅਰੁਣ ਜੇਤਲੀ ਨੇ ਭੇਜਿਆ ਸੀ ਜੀ, ਕਿ ਮੈਨੂੰ ਪਤਾ ਵੀ ਸਹੀ ਤਰੀਕੇ ਨਾਲ ਉੱਥੇ ਜਾ ਕੇ ਆਪਣਾ ਪੱਖ ਪੇਸ਼ ਕਰਦਾ, ਤੇ ਅਰੁਣ ਜੇਤਲੀ ਨੇ ਬੜਾ ਵਧੀਆ ਪੱਖ ਪੇਸ਼ ਕੀਤਾ ਸੀ। ਗੱਲ ਜਦੋਂ ਸੂਬੇ ਦੀ ਹੁੰਦੀ ਹੈ, ਦੇਸ਼ ਦੀ ਹੁੰਦੀ ਹੈ, ਉਦੋਂ ਕੋਈ ਪਾਰਟੀ ਨਹੀਂ ਹੁੰਦੀ ਜੀ, ਉਦੋਂ ਸਿਰਫ ਆਪਣੇ ਵਕਾਰ ਦੇ ਸਵਾਲ ਲਗਾਵੇ। ਇਸ ਕਰਕੇ ਮਾਨ ਸਾਹਿਬ ਨੇ ਜੇ ਇੰਨੀ ਗੱਲ ਕਹੀ, ਸ਼ਾਇਦ ਟੈਸਟ ਕੀਤਾ, ਉਹਨਾਂ ਦੇ ਸਕੱਤਰ ਨੇ ਇੰਨੀ ਗੱਲ ਕਹਿ ਦਿੱਤੀ ਹੈ। ਅੱਗੇ ਵੇਖੋ 18 ਤਰੀਕ ਨੂੰ ਪਾਰਲੀਮੈਂਟ ਸ਼ੁਰੂ ਹੋਣੀ ਹੈ, ਇਹ ਕੀ ਕਰਦੇ ਕੀ ਨਹੀਂ ਕਰਦੇ ਤੇ ਚੰਦਰਿਆ ਕਹਿੰਦੇ ਝੁੱਗੇ ਚ ਜੀ। ਜੀ ਕਾਲ ਲੈ ਲਈਏ ਜੀ 92-164 ਤੇ ਆਉਣੇ ਰਹੋ ਜੀ। ਸਤਿ ਸ਼੍ਰੀ ਅਕਾਲ। ਕੌਣ ਸਾਹਿਬ? ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂ ਸਰ, ਜਿਹੜਾ ਸਿਮਰਜੀਤ ਸਿੰਘ ਮਾਨ ਨੇ ਅੱਜ ਬਿਆਨ ਦਿੱਤਾ ਸੀ ਭਗਤ ਸਿੰਘ ਹੋਰਾਂ ਦੇ ਬਾਰੇ ਦੇ ਵਿੱਚ ਜੀ, ਕਿ ਉਹ ਇੱਕ ਅੱਤਵਾਦੀ ਸੀ, ਤਾਂ ਪਹਿਲੇ ਵੀ ਇੱਕ ਵਾਰੀ ਬੋਲੇ ਸੀ ਇਸ ਤਰ੍ਹਾਂ ਹੀ ਇਹ, ਤੇ ਬਾਅਦ ਚ ਉਹਨਾਂ ਮੀਡੀਆ ਨੇ ਖੰਡਨ ਵੀ ਕੀਤਾ ਕਿ ਗਲਤ ਕੀ ਇਹਨਾਂ ਨੇ, ਮਤਲਬ ਕਿ ਮਾਨ ਸਾਹਿਬ ਨੇ ਕੀ ਇਹ ਗੱਲ, ਮਤਲਬ ਕੀ ਕਹਿਣਾ ਕੀ ਚਾਹੁੰਦੇ ਆ ਮਾਨ ਸਾਹਿਬ ਜੀ? ਪੱਟੀ ਸਾਹਿਬ ਦੱਸੋ ਤੁਸੀਂ। ਵੇਖੋ ਜੀ, ਮਾਨ ਸਾਹਿਬ ਦਾ ਇਹ ਤਰੀਕਾ ਵੀ ਭਗਤ ਸਿੰਘ ਨੇ ਕਤਲ ਕੀਤਾ ਸੀ ਜੀ, ਸਾਲਡਰਸ ਦਾ, ਔਰ ਜਿਹੜਾ ਦੂਸਰਾ ਕਤਲ ਸੀਗਾ ਚੰਦਨ ਸਿੰਘ ਸਿਪਾਹੀ ਦਾ, ਇਹ ਨਜਾਇਜ਼ ਕਤਲ ਕੀਤੇ ਸੀ।
ਤੁਹਾਨੂੰ ਮੈਂ ਦੱਸ ਦਿਆਂ ਵੀ ਜਿਹੜਾ ਸਿਪਾਹੀ ਸੀਗਾ ਆਪਣਾ ਚੰਦਨ ਸਿੰਘ, ਉਹਦੇ ਬਕਾਇਦਾ ਤੌਰ ਤੇ ਸ਼ਾਇਦ ਮੈਂ ਨਹੀਂ ਭੁੱਲਦਾ, ਸੁਖਦੇਵ ਦੀ ਰਾਜਨੀਤੀ ਦੋਨੋਂ ਫੜ ਲਿਆ ਕਿਸੇ ਨੂੰ। ਉਹ ਬੜਾ ਤਗੜਾ ਬੰਦਾ ਸੀ, ਮਜ਼ਬੂਤ ਬੰਦਾ ਸੀ ਜੀ। ਉਹਦੇ ਨੂੰ ਕਿ ਛੱਡ ਦੇ, ਉਹਨੇ ਛੱਡਿਆ ਨਹੀਂ, ਉਹਨੇ ਮੈਂ ਨਹੀਂ ਛੱਡਦਾ, ਉਹਨੇ ਗੋਲੀ ਮਾਰ ਦੇ, ਇਹਨਾਂ ਫਿਰ ਗੋਲੀ ਮਾਰਤੀ, ਉਹਨੂੰ ਮਾਰ ਦਿੱਤਾ ਸੀ। ਤੇ ਮਾਨ ਸਾਹਿਬ ਕਹਿੰਦੇ ਇਹਨਾਂ ਨੇ ਕਤਲ ਨਜਾਇਜ਼ ਕੀਤੇ ਸੀ, ਗਲਤ ਕੀਤੇ ਸੀ, ਇਸ ਕਰਕੇ ਅਸੀਂ ਇਹਨਾਂ ਨੂੰ ਮਾਫ ਨਹੀਂ ਕਰ ਸਕਦੇ। ਤੁਹਾਨੂੰ ਪਤਾ ਹੋਏਗਾ ਚੰਡੀਗੜ੍ਹ ਜਿਹੜਾ 에ਅਰਪੋਰਟ ਬਣਾਇਆ ਗਿਆ ਉਹ ਮੋਹਾਲੀ ਦੇ ਖੇਤਰ ਦੇ ਵਿੱਚ, ਉਹਦਾ ਮੋਹਾਲੀ ਜਿਹੜਾ SAS ਜਿਹੜਾ ਸੀ 에ਅਰਪੋਰਟ ਨਾਲ ਰੱਖਿਆ ਜਾਂਦਾ ਜੀ। ਉੱਥੇ ਬਕਾਇਦਾ ਤੌਰ ਤੇ ਗੱਲ ਚੱਲੀ ਸੀ ਇਹ ਭਗਤ ਸਿੰਘ ਦੇ ਨਾਂ ਤੇ 에ਅਰਪੋਰਟ ਰੱਖਿਆ ਜਾਵੇ, ਤੇ ਉਦੋਂ ਪੰਗਾ ਪਾਤਾ ਸੀ ਸਾਡੇ ਹਰਿਆਣੇ ਵਾਲਿਆਂ ਨੇ ਵੀ ਇਹਦੇ ਨਾਂ ਤੇ ਮੰਗਲ ਸੈਨ ਜਿਹੜਾ ਇਹਨਾਂ ਦਾ ਭਾਜਪਾ ਵਰਕਰ RSS ਵਰਕਰ ਉਹਦਾ ਰੱਖਿਆ ਜਾਵੇ। ਮੁੜ ਕੇ ਮਾਨ ਸਾਹਿਬ ਦਾ ਰੱਤੇ ਤਰਕ ਸੀਗਾ ਵੀ ਭਗਤ ਸਿੰਘ ਨਾਂ ਤੇ ਬਿਲਕੁਲ ਨਾ ਰੱਖਿਆ ਜਾਵੇ, ਵੀ ਉਹਨੇ ਬੰਦੇ ਮਾਰੇ ਸੀ, ਕਾਤਲ ਸੀ, ਉਹ ਅੱਤਵਾਦੀ ਸੀ ਜੀ। ਔਰ ਇੱਕ ਰੇਡੀਓ ਤੇ ਕਹਿੰਦੇ ਨੇ ਗੱਲ ਕੀ ਸੀ, ਮੈਂ ਨਹੀਂ ਕਹਿੰਦਾ ਜੀ ਅੰਗਰੇਜ਼ਾਂ ਦੇ ਵਾਸਤੇ ਅੱਤਵਾਦੀ ਸੀ, ਅਸੀਂ ਇਹ ਗੱਲ ਮੰਨ ਲੈਂਦੇ, ਠੀਕ ਅੰਗਰੇਜ਼ ਅੱਤਵਾਦੀ ਮੰਨਦੇ ਸੀ ਉਹਨੂੰ। ਲੇਕਿਨ ਮਾਨ ਸਾਹਿਬ ਹੁਣ ਗੱਲ ਜਿਹੜੀ ਕਰਦੇ ਉਹ ਕਦੀ ਕੁਛ ਕਰ ਦਿੰਦੇ, ਕਦੀ ਮੁੜ ਕੇ ਅੱਜ ਦੀ ਗੱਲ ਕਰਦੇ ਕੱਲ ਨੂੰ ਭੁੱਲ ਵੀ ਜਾਂਦੇ ਬੜੀ ਛੇਤੀ ਕਿ ਮੈਂ ਗੱਲ ਕੀਤੀ ਕਿ ਨਹੀਂ ਕੀਤੀ। ਇਹਨਾਂ ਨੇ ਫਿਰ ਉਦੋਂ ਭਗਤ ਸਿੰਘ ਦਾ ਨਾਂ ਜੇ ਰੱਖਣਾ ਸੀ 에ਅਰਪੋਰਟ ਦਾ, ਉਹ ਨਹੀਂ ਰੱਖਣ ਦਿੱਤਾ ਜੀ। ਇਹਨਾਂ ਕਿਹਾ ਸੀ ਬਾਬਾ ਬੰਦਾ ਸਿੰਘ ਬਹਾਦਰ ਦਾ ਦੱਸਿਆ ਰੱਖਿਆ ਜਾਵੇ। ਫਿਰ ਕਈ ਗੱਲਾਂ ਉਹ ਕਰ ਦਿੰਦੇ ਜਿਹੜੀਆਂ ਅੱਜ ਸਾਨੂੰ ਅੱਜ ਦੇ ਸਮੇਂ 'ਚ ਹਜ਼ਮ ਨਹੀਂ ਹੁੰਦੀਆਂ ਜੀ। ਦਾਨੇਵਾਲੀ ਸਾਹਿਬ ਤੁਹਾਨੂੰ ਮੈਂ ਦੱਸ ਦਿਆਂ, ਜਿਹੜਾ ਚੰਦਨ ਸਿੰਘ ਦਾ ਪਰਿਵਾਰ ਹੈ ਨਾ, ਹਾਂਜੀ, ਜਿਹੜਾ ਸਿਪਾਹੀ ਮਾਰਿਆ ਗਿਆ ਸੀ, ਉਹਨਾਂ ਦੇ ਪਰਿਵਾਰ ਨੂੰ ਅੱਜ ਵੀ ਥਾਣੇਦਾਰ ਦਾ ਪਰਿਵਾਰ ਕਹਿੰਦੇ ਆ। ਅੱਛਾ ਜੀ, ਕਿੱਥੇ ਰਹਿੰਦਾ ਜੀ ਪਰਿਵਾਰ ਇਹ ਪਿੰਡ ਹੈਗਾ ਅਕਬਰਪੁਰਾ ਪਿੰਡ ਹੈ ਜੀ, ਭਿੱਖੀਵਿੰਡ ਤੋਂ ਜਾਈਏ ਨਾ ਪੱਟੀ ਨੂੰ ਰਸਤੇ 'ਚ ਉਹਦਾ ਪਿੰਡ ਦਿਆਲਪੁਰਾ ਪਿੰਡ ਹੁੰਦਾ ਜੀ। ਠੀਕ ਹੈ ਜੀ। ਉਹਨਾਂ ਨੇ ਬਕਾਇਦਾ ਤੌਰ ਤੇ ਉਹਦੀ ਸਮਾਧ ਬਣਾਈ ਹੈ। ਅੱਛਾ ਜੀ। ਉੱਥੇ ਜਾ ਕੇ ਕੋਈ ਸਾਡੇ ਤਰਕਸ਼ੀਲ ਵਾਲੇ ਜਾਂ ਕੋਈ ਸਾਡੇ ਇਨਕਲਾਬੀ ਕਹਿੰਦੇ ਕਿਉਂ ਆਦਾ, ਕਿਉਂ ਬਈ ਤੁਹਾਡੇ ਉਹ ਸ਼ਹੀਦ, ਸਾਡਾ ਇਹ ਸ਼ਹੀਦ, ਅਸੀਂ ਆਪਣੇ ਸ਼ਹੀਦ ਨੂੰ ਪੂਜਦੇ, ਤੁਹਾਨੂੰ ਕੀ ਤਕਲੀਫ ਆ? ਉਹ ਕਰਦੇ ਨੇ ਆਪਣਾ ਦਿਨ ਮਨਾਉਂਦੇ, ਉਹਦਾ ਕੋਈ ਗੱਲ ਨਹੀਂ ਉੱਥੇ ਉਹਨਾਂ ਦਾ। ਇਸ ਕਰਕੇ ਮਾਨ ਸਾਹਿਬ ਕਈ ਗੱਲਾਂ ਕਰ ਜਾਂਦੇ, ਐਕਚੁਅਲੀ ਬੇਸਿਕਲੀ ਨਾ ਉਹ ਇਤਿਹਾਸ ਦੇ ਵਿੱਚ ਜਿਹੜੇ ਗੋਲਡ ਮੈਡਲਿਸਟ ਇਤਿਹਾਸ ਦੇ ਬੜੇ ਤਕੜੇ ਉਹ ਖਿਡਾਰੀ ਨੇ ਜੀ। ਲੇਕਿਨ ਕਈ ਗੱਲਾਂ ਜਿਹੜੀ ਸਾਡੇ ਇਸ ਸਮੇਂ ਦੇ ਵਿੱਚ ਭਾਵੇਂ ਭਗਤ ਸਿੰਘ ਨੇ ਕਤਲ ਕੀਤੇ ਜਾਂ ਨਹੀਂ ਕੀਤੇ, ਉਹ ਸਾਡਾ ਏਸਟ ਆ। ਵੇਖੋ ਅਸੀਂ ਉਹਨੂੰ ਆਪਣਾ ਸਤਿਕਾਰ ਦਿੰਦੇ ਹਾਂ, ਅਸੀਂ ਉਹਨੂੰ ਆਜ਼ਾਦੀ ਪਰਵਾਨਾ ਕਹਿੰਦੇ ਹਾਂ, ਉਹਨੂੰ ਕਈ ਲਕਬ ਦਿੰਦੇ, ਉਹਦੇ ਦਿਨ ਮਨਾਉਂਦੇ, ਅਸੀਂ ਉਹਦੀ ਸੋਚ ਤੇ ਚੱਲਦੇ, ਭਗਤ ਸਿੰਘ ਤੇ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ। ਇਸ ਕਰਕੇ ਮਾਨ ਸਾਹਿਬ ਜਿਹੜੀ ਆਪਣੀ ਗੱਲ ਕਰ ਜਾਂਦੇ ਕਿਸੇ ਵੇਲੇ, ਮੁੜ ਕੇ ਜਦੋਂ ਰੌਲਾ ਪੈਂਦਾ ਫਿਰ ਉਹ ਨਿਯਮ ਚੁੱਪ ਕਰ ਰਹਿੰਦੇ, ਬੋਲਦੇ ਜੀ। ਸੋ ਬਿਲਕੁਲ ਜੀ, ਇਸ ਮਾਮਲੇ ਦੇ ਉੱਤੇ ਭੱਟੀ ਸਾਹਿਬ ਤੋਂ ਬਾਅਦ ਆਪਾਂ ਤੁਹਾਡੇ ਵਿਚਾਰ ਲਵਾਂਗੇ ਖੁੱਲ੍ਹ ਕੇ। ਫੋਨ ਨੰਬਰ ਰਹਿਣਗੇ 92 164 10666 ਤੇ 98 149 10666। ਇਹਨਾਂ ਦੋ ਨੰਬਰਾਂ ਦੇ ਉੱਤੇ ਤੁਸੀਂ ਖੁੱਲ੍ਹ ਕੇ ਗੱਲਬਾਤ ਕਰ ਸਕਦੇ ਹੋ, ਆਪਣੇ ਵਿਚਾਰ ਦੇ ਸਕਦੇ ਹੋ। ਇਸ ਤੋਂ ਇਲਾਵਾ ਹੋਰ ਵੀ ਅਸੀਂ ਮੁੱਦੇ ਰੱਖਾਂਗੇ ਤੁਹਾਡੇ ਨਾਲ। ਹਮੇਸ਼ਾ ਹੀ ਹੁਣ ਨਵੀਂ ਚਰਚਾ ਜਿਹੜੀ ਆ ਉਹ ਛੇੜਨੀ ਹੈ। ਹੁਣ ਸਭ ਤੋਂ ਵੱਡੀ ਗੱਲ, ਇੱਕ ਜਿਹੜੀ ਸੰਸਦ ਭਵਨ ਕੰਪਲੈਕਸ ਦੇ ਵਿੱਚ ਜਿਹੜੀ ਹੈ ਧਰਨੇ ਪ੍ਰਦਰਸ਼ਨ ਹੜਤਾਲ ਆ ਦੀਆਂ ਵਰਤੋਂ ਜਾਂ ਧਾਰਮਿਕ ਸਮਾਗਮਾਂ ਦੀਆਂ ਜਿਹੜੀਆਂ ਉੱਥੇ ਜਗ੍ਹਾ ਹੈ ਉਹਦੇ ਉੱਤੇ ਹੀ ਪਾਬੰਦੀ ਲਾ ਦਿੱਤੀ ਗਈ ਹੈ। ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ? ਅਤੇ ਇਸ ਤੋਂ ਇਲਾਵਾ ਆਪ ਸਰਕਾਰ ਦੇ ਸਾਹਮਣੇ ਜਿਹੜੀਆਂ ਚੁਣੌਤੀਆਂ ਨੇ, ਕੀ ਨੇ ਚੁਣੌਤੀਆਂ, ਇਹਦੇ ਬਾਰੇ ਵੀ ਤੁਹਾਡੇ ਨਾਲ ਗੱਲਬਾਤ ਕਰਾਂਗੇ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਇਸ ਵਕਤ ਮੇਰੇ ਨਾਲ ਸਰਦਾਰ ਜਸਵੀਰ ਸਿੰਘ ਭੱਟੀ ਹੋ ਰਹੇ ਨੇ। ਅਤੇ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਕੋਈ ਗੱਡੀ ਲੈਣੀ ਹੈ, ਕਾਰ ਲੈਣੀ ਹੈ, ਤਾਂ ਇੱਕ ਵਾਰੀ ਸਟਾਰ ਆਟੋ ਮਾਲ ਬੈਥਲਮ ਦੇ ਵਿੱਚ ਬਾਈ ਜੀ ਜਿੰਮੀ ਹੋਰਾਂ ਦੇ ਨਾਲ 6105704200 ਜਾਂ ਫਿਰ 4848988100 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। 1500 ਤੋਂ ਉੱਪਰ 1500 ਕਾਰਸ ਦਾ ਸਟਾਕ ਇਹਨਾਂ ਕੋਲੇ ਹਰ ਵਕਤ ਮੌਜੂਦ ਰਹਿੰਦਾ ਹੈ। ਬਹੁਤ ਅੱਛੀਆਂ ਡੀਲਸ ਨੇ, ਇੱਕ ਵਾਰੀ ਕਾਲ ਕਰੋ। ਰੇਡੀਓ ਪੰਜਾਬ ਟੁਡੇ ਦਾ ਹਵਾਲਾ ਦਿਓਗੇ ਤਾਂ ਤੁਹਾਨੂੰ ਹੋਰ ਬੈਨੀਫਿਟਸ ਵੀ ਮਿਲਣਗੇ। ਅਤੇ ਭੱਟੀ ਸਾਹਿਬ ਆਪਾਂ ਅੱਗੇ ਚੱਲੀਏ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਰੀ ਕੰਵਰ ਗਰੇਵਾਲ ਦਾ ਜਿਹੜਾ ਗੀਤ ਜਿਹੜਾ ਸੀਗਾ ਉਹਨੂੰ ਸੁਣਦੇ ਹੋਏ ਉਹਦੀ ਵੀਡੀਓ ਵਾਇਰਲ ਹੋ ਰਹੀ ਹੈ ਅਤੇ ਬੜੇ ਅਫਸੋਸ ਵਾਲੇ ਮਾਹੌਲ ਦੇ ਵਿੱਚ ਬੈਠੇ ਨੇ। ਅਤੇ ਹੁਣ ਇਹਨਾਂ ਦੇ ਜਿਹੜਾ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ, ਉਹਨੇ ਸਿੱਧੂ ਮੂਸੇਵਾਲੇ ਦੇ ਗੀਤ SYL ਅਤੇ ਕੰਵਰ ਗਰੇਵਾਲ ਦੇ ਰਿਹਾਈ ਗੀਤ 'ਤੇ ਪਾਬੰਦੀ ਹਟਾਉਣ ਦੀ ਮੰਗ ਰੱਖ ਦਿੱਤੀ ਹੈ। ਬਿਲਕੁਲ ਜੀ, ਠੀਕ ਹੈ। ਇਹਨਾਂ ਦਾ ਪਹਿਲਾ ਪ੍ਰੋਗਰਾਮ ਸੀ ਵੀ ਅਸੀਂ ਮਾਰਚ ਵੀ ਟਰੈਕਟਰ ਮਾਰਚ ਵੀ ਕਰਾਂਗੇ ਤੇ DC ਲੈਵਲ ਤੇ ਵੀ ਅਸੀਂ ਜਿਹੜੇ ਸੀ ਬਕਾਇਦਾ ਤੌਰ ਤੇ ਮੰਗ ਪੱਤਰ ਦੇਵਾਂਗੇ ਜੀ। ਸਰਦਾਰ ਸੁਖਬੀਰ ਸਿੰਘ ਬਾਦਲ ਹੈ, ਚੰਦੂ ਮਾਜਰਾ ਨੇ, ਗਰੇਵਾਲ ਨੇ, ਚੀਮਾ ਨੇ ਚੌਥੇ ਨਾਲ ਇਹ ਚਾਰ ਪੰਜ ਜਣੇ ਗਵਰਨਰ ਕੋਲ ਗਏ ਤੇ ਉਹਨੂੰ ਬਕਾਇਦਾ ਤੌਰ ਤੇ ਇਹ ਮੰਗ ਪੱਤਰ ਦੇ ਕੇ ਆਏ। ਹਾਂਜੀ, ਉਹਦੇ ਵਿੱਚ ਇਹਨਾਂ ਦੀਆਂ ਕੁਝ ਮੰਗਾਂ ਵੀ ਸੀਗੀਆਂ ਜੀ।
ਉਹਦੇ ਵਿੱਚ ਸਭ ਤੋਂ ਮੰਗ ਏਡੀ ਵੱਡੀ ਗੱਲ ਸੀ ਵੀ ਵਿਚਾਰਾਂ ਦੇ ਪ੍ਰਗਟਾਵੇ ਦਾ ਵਿਰੋਧ ਕਿਉਂ ਕੀਤਾ ਜਾ ਰਿਹਾ ਜੀ। ਸਿੱਧੂ ਮੂਸੇਵਾਲੇ ਦੇ ਐਸਆਈ ਤੇ ਗਾਣਾ ਲਿਖਤਾ, ਉਹਨੇ ਗਾਣਾ ਲਿਖਿਆ, ਸੁਣੋ ਕਹਿੰਦਾ ਕੀ ਆ ਉਹ ਜੀ। ਉਹ ਹੱਕ ਦੀ ਗੱਲ ਕਰਦਾ, ਕਿਸੇ ਦੇ ਖਿਲਾਫ ਨਹੀਂ ਹੈਗਾ। ਉਹ ਜੇ ਰਿਹਾਈ ਦੀ ਗੱਲ ਕੀਤੀ ਤੇ ਅਸੀਂ ਤੇ ਬੜੀ ਦੇਰ ਦੀ ਗੱਲ ਕਰਦੇ ਹਾਂ ਕਿ ਬੰਦੀ ਸਿੰਘ ਨੂੰ ਰਿਹਾ ਕਰੋ। ਜੀ ਜੀ ਜੀ। ਇਸ ਕਰਕੇ ਉਹਨਾਂ ਨੇ ਕਿਹਾ ਸਾਡੀ ਇਹ ਮੰਗ ਹੈ, ਸਾਡੀ ਮੰਗ ਜਿਹੜੀ ਇਹ ਉਹਨਾਂ ਮੰਗ ਪੱਤਰ ਵੀ ਦਿੱਤਾ ਤੇ ਨਾਲ ਉਹਨਾਂ ਨੇ ਇਹ ਵੀ ਗੱਲ ਕੀਤੀ ਹੈ ਜੀ ਵੀ ਤੁਹਾਨੂੰ ਪਤਾ ਹੋਏਗਾ ਕਿ ਜਿਹੜੇ ਇਹਨਾਂ ਦੇ ਫਾਦਰ ਸਾਹਿਬ ਸੀ ਉਦੋਂ ਮਿਲੇ ਸੀ ਜਾ ਕੇ, ਸਿੱਧੂ ਮੂਸੇਵਾਲੇ ਦੇ ਫਾਦਰ ਮਿਲੇ ਸੀ ਜਾ ਕੇ ਉਹਨੂੰ ਆਪਣੇ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲੇ ਨੇ। ਹਾਂਜੀ, ਇਹਨਾਂ ਨੇ ਉੱਥੇ ਮੰਗ ਕੀਤੀ ਸੀ ਵੀ ਵੇਖੋ ਇਹਦੀ ਜਿਹੜੀ ਆ ਜਾਂਚ ਜਿਹੜੀ ਆ ਉਹ ਸੈਂਟਰਲ ਏਜੰਸੀ ਕੋ ਕਰਾਈ ਜਾਵੇ। ਜੀ। ਪੰਜਾਬ ਸਰਕਾਰ ਨੂੰ ਉਹਨਾਂ ਇੱਕ ਮੰਗ ਪੱਤਰ ਭੇਜਿਆ ਸੀ ਕਿ ਵੀ ਇਹਦੀ ਜਾਂਚ ਜਿਹੜੀ ਆ ਨਾ ਹਾਈ ਕੋਰਟ ਦੇ ਸਿਟਿੰਗ ਜੱਜ ਕੋ ਕਰਾਈ ਜਾਵੇ। ਜੀ। ਲੇਕਿਨ ਸਿਟਿੰਗ ਜੱਜ ਤੋਂ ਜਿਹੜਾ ਸੀ ਇਮੀਡੀਏਟਲੀ ਜਿਹੜੇ ਮੁੱਖ ਮੰਤਰੀ ਸਾਡੇ ਅੱਗੇ ਭਗਵੰਤ ਸਿੰਘ ਮਾਨ ਉਹਨਾਂ ਉਸੇ ਵੇਲੇ ਉਹ ਭੇਜ ਦਿੱਤਾ ਸੀ। ਹਾਂਜੀ, ਉਸੇ ਵੇਲੇ ਉਹਨਾਂ ਨੇ ਉਹ ਜਿਹੜੀ ਲੈਟਰ ਸੀ ਨਾਲ ਆਪਣਾ ਲੈਟਰ ਲਾ ਕੇ ਭੇਜ ਦਿੱਤਾ ਸੀ ਗਵਰਨਰ ਨੂੰ, ਤੇ ਗਵਰਨਰ ਨੇ ਬਕਾਇਦਾ ਤੌਰ ਤੇ ਉਹਦੇ ਤੇ ਜਿਹੜੀ ਸੀ ਕਾਰਵਾਈ ਕਰਨ ਦੀ ਗੱਲ ਕੀਤੀ। ਜਦੋਂ ਭੇਜਿਆ ਉਹ ਇਹਨੂੰ ਆਪਣੇ ਨੂੰ ਹਾਈ ਕੋਰਟ ਨੂੰ ਭੇਜਿਆ ਤੇ ਹਾਈ ਕੋਰਟ ਨੇ ਜਿਹੜਾ ਸੀ ਗੱਲ ਕਹਿਤੀ ਵੀ ਸਾਡੇ ਕੋਲ ਜੱਜ ਕੋਈ ਹੈ ਨਹੀਂ ਇਸ ਵੇਲੇ, ਵੱਲਾ ਅਸੀਂ ਨਹੀਂ ਕਰ ਸਕਦੇ, ਪੰਜਾਬ ਪੁਲਿਸ ਬਹੁਤ ਸੋਹਣਾ ਕੰਮ ਕਰ ਰਹੀ, ਉਹ ਕਰੇ। ਹਾਂਜੀ, ਇਸ ਕਰਕੇ ਅਸੀਂ ਸੋਚਦੇ ਵੀ ਦੇਰ ਆਏ ਦਰੁਸਤ ਆਏ। ਜੇ ਚੇਤਾ ਆ ਗਿਆ ਸੁਖਬੀਰ ਸਿੰਘ ਬਾਦਲ ਨੂੰ ਵੀ ਜਿਹੜੇ ਬੰਦੀ ਸਿੰਘ ਉਹ ਰਿਹਾ ਹੋਣੇ ਚਾਹੀਦੇ, ਚੰਗੀ ਗੱਲ ਆ ਜੀ। ਬਿਲਕੁਲ। ਸਿੱਧੂ ਮੂਸੇਵਾਲੇ ਦੀ ਜਾਂਚ ਦਿੱਤੀ, ਸੀਬੀਆਈ ਦੀ ਡਿਮਾਂਡ ਕੀਤੀ, ਚੰਗੀ ਗੱਲ ਕਿ ਉਹਨਾਂ ਦਾ ਪਰਿਵਾਰ ਵੀ ਕਰ ਚੁੱਕਾ ਵੀ ਸੀਬੀਆਈ ਡਿਮਾਂਡ ਕੀਤੀ ਜਾਵੇ। ਹਾਂਜੀ, ਉਹ ਤੁਹਾਨੂੰ ਪਤਾ ਹੋਏਗਾ ਉਹਨਾਂ ਦੇ ਫਾਦਰ ਸਾਹਿਬ ਕਿੰਨੀ ਵਾਰੀ ਕਹਿ ਚੁੱਕੇ ਨੇ ਵੀ ਸਾਨੂੰ ਬਹੁਤੀ ਆਸ ਨਹੀਂ ਕਿ ਜਿਸ ਤਰੀਕੇ ਨਾਲ ਪੰਜਾਬ ਪੁਲਿਸ ਕੰਮ ਕਰ ਰਹੀ ਹੈ ਪਰ ਚਲੋ ਸਾਨੂੰ ਇਨਸਾਫ ਮਿਲੇ। ਉਹਨਾਂ ਦੇ ਇਸੇ ਕਰਕੇ ਉਹਨਾਂ ਦੇ ਘਰ ਜਿਹੜੇ ਨਵੇਂ ਡੀਜੀਪੀ ਬਣੇ ਨੇ ਉਹਨਾਂ ਦੇ ਘਰ ਵੀ ਗਏ, ਉਹਨਾਂ ਦੇ ਘਰ ਵੀ ਗਏ ਨੇ ਤੇ ਡੀਜੀਪੀ ਸਾਹਿਬ ਨੇ ਕਿਹਾ ਸੀ ਵੀ ਆਉਣ ਵਾਲੇ ਥੋੜੇ ਸਮੇਂ ਦੇ ਤੁਹਾਨੂੰ ਅਸੀਂ ਜਿਹੜੇ ਗੈਂਗਸਟ ਨੇ ਉਹਨਾਂ ਤੇ ਪੂਰੀ ਤਰ੍ਹਾਂ ਅਸੀਂ ਖਾਤਮਾ ਕਰਕੇ ਦਿਆਂਗੇ ਜੀ, ਡਰੱਗ ਤੇ ਕੰਟਰੋਲ ਕਰਕੇ ਦਿਆਂਗੇ। ਉਹਦੇ ਤੇ ਟਿੱਪਣੀ ਕੀਤੀ ਜੀ ਸ਼ਸ਼ੀ ਕਾਂਤ ਜਿਹੜੇ ਸਾਬਕਾ ਡੀਜੀਪੀ ਜੀ ਜੀ, ਉਹਨਾਂ ਕਿਹਾ ਜੀ ਗੈਂਗਸਟਰਾਂ ਨੂੰ ਕਾਬੂ ਕਰਨਾ ਇਹ ਕੋਈ ਵੱਡੀ ਗੱਲ ਨਹੀਂ, ਪੁਲਿਸ ਵਾਸਤੇ ਬਹੁਤ ਛੋਟੀ ਗੱਲ ਹੈ ਜੀ, ਕਿਉਂਕਿ ਇਹਨਾਂ ਪਿੱਛੇ ਪੋਲੀਟੀਕਲ ਬੰਦੇ ਕਹਿੰਦੇ ਮੈਂ ਜਦੋਂ ਡੀਜੀਪੀ ਸੀ ਪੋਲੀਟੀਕਲ ਬੰਦੇ ਖੜੇ ਹੁੰਦੇ ਸੀ, ਆਹ ਨਹੀਂ ਕਰਨਾ ਜੀ, ਉਹ ਨਹੀਂ ਕਰਨਾ ਜੀ। ਜਦੋਂ ਉਹ ਪੋਲੀਟੀਕਲ ਜਿਹੜੀ ਪਿੱਛੋਂ ਬੰਦੇ ਹਟ ਗਏ ਤਾਂ ਆਟੋਮੈਟਿਕਲੀ ਸਾਰੇ ਫੜੇ ਜਾਣਗੇ। ਹਾਂ, ਬਿਲਕੁਲ ਬਿਲਕੁਲ ਬਿਲਕੁਲ। ਜਿਹੜੀ ਡਰੱਗ ਰੈਕਟ ਦੀ ਗੱਲ ਕੀਤੀ ਉਹਦੇ ਤੋਂ ਉਹਨਾਂ ਪੱਖ ਵੱਖਰਾ ਸੀਗਾ ਜੀ। ਉਹ ਕਹਿੰਦਾ ਡਰੱਗ ਦੀ ਤੁਸੀਂ ਗੱਲ ਕਰਦੇ, ਇਹ ਪੰਜਾਬ ਦੀ ਇਹ ਪੂਰੇ ਦੇਸ਼ ਦੀ ਪ੍ਰੋਬਲਮ ਹੈ ਜੀ। ਇਹ ਸੈਂਟਰ ਲੈਵਲ ਤੇ ਕੋਈ ਇਹੋ ਜਿਹੀ ਸਕੀਮ ਬਣਾਈ ਜਾਵੇ ਤੇ ਫਿਰ ਗੱਲ ਬਣਦੀ। ਤੁਹਾਨੂੰ ਪਤਾ ਹੋਗਾ ਕਿ 7 ਸਟੇਟਾਂ ਦੀ ਇੱਕ ਨੋਡਲ ਏਜੰਸੀ ਬਣਾਈ ਗਈ ਸੀ ਅੱਜ ਤੋਂ 5 ਸਾਲ ਪਹਿਲਾਂ ਜੀ, ਲੇਕਿਨ ਉਹ ਕਾਮਯਾਬ ਨਹੀਂ ਹੋਈ। ਹੁਣ ਵੀ ਜਦੋਂ ਹਰਪਾਲ ਸਿੰਘ ਚੀਮਾ ਤੇ ਨਾਲ ਹਰਜੋਤ ਸਿੰਘ ਗਏ ਉੱਥੇ ਮੰਗ ਕਰਕੇ ਬਕਾਇਦਾ ਤੌਰ ਤੇ ਜੀ ਇੱਕ ਨੋਡਲ ਏਜੰਸੀ ਬਣਾਈ ਜਾਵੇ 5-6 ਸਟੇਟਾਂ ਦੀ, ਜਿਹੜੀ ਜਦੋਂ ਕਿਤੇ ਡਰੱਗ ਦੇ ਉੱਤੇ ਜਾਂ ਗੈਂਗਸਟਰਾਂ ਦੀ ਕਾਰਵਾਈ ਕੀਤੀ ਜਾਂਦੀ ਸਾਂਝੇ ਰੂਪ ਚ ਕਰੀ ਜਾਵੇ ਜੀ। ਤੁਹਾਨੂੰ ਪਤਾ ਹੋਏਗਾ ਪਹਿਲਾਂ ਤੇ ਮੁੰਦਰਾ ਬੰਦਰਗਾਹ ਤੋਂ ਫੜੀ ਗਈ 75 ਕਿਲੋ ਹੈਰਨ ਫੜੀ ਗਈ। ਹਾਂਜੀ, ਫੜੀ ਗਈ ਬਿਲਕੁਲ। ਅੱਜ ਬਕਾਇਦਾ ਤੌਰ ਤੇ 73 ਕਿਲੋ ਬੰਬੇ ਦੀ ਇੱਕ ਪੋਰਟ ਤੋਂ ਫੜੀ ਗਈ। ਅੱਛਾ ਜੀ। ਇਹ ਦੋਵੇਂ ਟਿਪਸ ਜਿਹੜੇ ਸੀ ਪੰਜਾਬ ਪੁਲਿਸ ਦੇ ਸੀ। ਅੱਛਾ ਜੀ। ਪੰਜਾਬ ਪੁਲਿਸ ਦੇ ਸੀ ਐਸ ਕੰਟੇਨਰ ਦੇ ਵਿੱਚ ਇਹਦੇ ਵਿੱਚ ਇੰਨੀ ਆ ਰਹੀ ਤੇ ਇਹਦੇ ਚ ਇੰਨੀ ਆ ਰਹੀ। ਨਹੀਂ ਤਾਂ ਐਡੇ ਕੰਟੇਨਰਾਂ ਚ ਮੈਨੂੰ ਯਾਦ ਆ, ਨਹੀਂ ਤਾਂ ਲੱਭਦਾ ਹੀ ਨਹੀਂ। ਚੈੱਕ ਨਹੀਂ ਕਰਦੇ, ਸੈਂਕੜੇ ਕੰਟੇਨਰ ਰੋਜ਼ ਆਉਂਦੇ, ਚੈੱਕ ਨਹੀਂ ਕਰਦੇ ਜੀ। ਕਰ ਵੀ ਨਹੀਂ ਸਕਦੇ ਜੀ, ਕਰ ਵੀ ਨਹੀਂ ਸਕਦੇ। ਇਸ ਕਰਕੇ ਪੰਜਾਬ ਪੁਲਿਸ ਵਾਈ ਤਕੜੀ ਹੋ ਕੇ ਲੱਗੀ ਆ। ਚੰਗੀ ਗੱਲ ਜਦੋਂ ਡੀਜੀਪੀ ਆਏ ਨਾ ਕਾਫੀ ਕੰਮ ਕੀਤੇ। ਜੇ ਇਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਸੀ ਇਨਸਾਫ ਦੇਵਾਂਗੇ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੂੰ ਜੀ, ਤੇ ਉਹਨਾਂ ਨੂੰ ਇਨਸਾਫ ਦੇਵੇ ਤੇ ਪੰਜਾਬ ਨੂੰ ਇਨਸਾਫ ਮਿਲੇ, ਪੰਜਾਬ ਦੇ ਲੋਕ ਨੌਜਵਾਨਾਂ ਦੇ ਹਿਰਦੇ ਠੰਡੇ ਹੋਣਗੇ ਵੀ ਇਨਸਾਫ ਮਿਲਿਆ ਜੀ। ਤੇ ਪੱਟੀ ਸਾਹਿਬ ਇੱਕ ਚੀਜ਼ ਦੱਸੋ, ਹੁਣ ਆਪਾਂ ਗੱਲ ਕਰਦੇ ਹਾਂ, ਸਮਾਂ ਵੀ ਤੁਹਾਡੇ ਕੋਲੇ ਥੋੜਾ ਜਿਹਾ ਘੱਟ ਹੀ ਹੈ। ਕੋਈ ਨਹੀਂ ਕਰੋ ਤੁਸੀਂ। ਤੇ ਆਪਾਂ ਗੱਲ ਕਰੀਏ ਤਾਂ ਜਿਹੜਾ ਸੰਸਦ ਵਿੱਚ ਜਿਹੜੀ ਆ ਉੱਥੇ ਸਾਡਾ ਰਾਈਟ ਟੂ ਜਿਹੜਾ ਸਪੀਚ ਦੇ ਉੱਤੇ ਵੀ ਇੱਕ ਤਰ੍ਹਾਂ ਨਾਲ ਪਾਬੰਦੀ ਲਾ ਦਿੱਤੀ ਗਈ ਹੈ ਤੇ ਮਰਿਆਦਾ ਵਿੱਚ ਰਹਿਣ ਦੀ ਗੱਲ ਜ਼ਰੂਰੀ ਕਰ ਦਿੱਤੀ ਗਈ ਆ। ਹੋਰ ਬੜੇ ਕਾਨੂੰਨ ਉੱਥੇ ਲਾਗੂ ਕਰ ਦਿੱਤੇ ਗਏ ਨੇ। ਵੇਖੋ ਜੀ, ਜਿਹੜੇ ਸ਼ਬਦਾਂ ਦੀ ਗੱਲ ਕੀਤੀ ਹੈ ਵੀ ਆਹ ਸ਼ਬਦ ਉੱਥੇ ਨਹੀਂ ਬੋਲੇ ਜਾ ਸਕਦੇ ਜੀ। ਅਬਿਊਜ਼, ਅਸ਼ੇਮਡ, ਕਰਪਟ, ਸ਼ਕਨੀ, ਤਾਨਾਸ਼ਾਹ, ਖੂਨ ਦੀ ਖੇਡ, ਠੀਕ ਆ, ਦੋਹਰਾ ਚਰਿੱਤਰ, ਨਕੰਮਾ, ਨਤੰਗੀ, ਢੰਡੋਰਾ, ਧੂਰਾ ਪਿੱਟਣਾ, ਗਦਾਰ, ਇਹੋ ਜਿਹੇ ਸ਼ਬਦ ਤੁਸੀਂ ਮਗਰਮੱਛ ਦੇ ਹੰਝੂ ਇਹ ਤੁਸੀਂ ਨਹੀਂ ਕਰ ਸਕਦੇ। ਇੱਕੋ ਹੀ ਲਫ਼ਜ਼ ਰਹਿ ਗਿਆ। ਫਿਰ ਲਫ਼ਜ਼ ਕੀ ਰਹਿ ਗਿਆ? ਕੀ
ਉਹ ਜੈ ਹੋ। ਪਹਿਲਾਂ ਉਹਨਾਂ ਦੀ ਨਹੀਂ, ਪਹਿਲਾਂ ਇਹਨਾਂ ਦੀ ਹਰ ਹਰ ਮਹਾਦੇਵ, ਹਾਂ ਹੁਣ ਕਹਿੰਦੇ ਹਰ ਹਰ ਮੋਦੀ। ਕੋ ਲਫ਼ਜ਼ ਰਹਿ ਗਿਆ, ਤੁਸੀਂ ਕਹਿ ਕੇ ਆ ਜਾਓ, ਬਸ ਬਾਕੀ ਕੁਛ ਨਹੀਂ ਰਹਿ ਗਿਆ। ਹਾਂ ਹਾਂ ਲੇਕਿਨ ਇਹਦੇ ਉੱਤੇ ਬਕਾਇਦਾ ਤੌਰ ਤੇ ਸਪਸ਼ਟੀਕਰਨ ਦਿੱਤਾ ਵਾ ਜਿਹੜੇ ਸਪੀਕਰ ਨੇ ਸਾਡੇ ਓਮ ਬਿਰਲਾ, ਜੀ ਉਹਨਾਂ ਨੇ ਕਿਹਾ ਵੀ ਕਿਸੇ ਵੀ ਸ਼ਬਦ ਤੇ ਕੋਈ ਪਾਬੰਦੀ ਨਹੀਂ ਲਾਈ ਗਈ, ਲੇਕਿਨ ਇੰਨੀ ਗੱਲ ਕਹੀ ਹੈ ਕਿ ਜਿਹੜਾ ਵੀ ਸ਼ਬਦ ਤੁਸੀਂ ਵਰਤਣਾ ਉਹ ਮਰਿਆਦਾ 'ਚ ਰਹਿ ਕੇ ਵਰਤੇ ਜਾਵੇ। ਜੀ ਲੇਕਿਨ ਅਸੀਂ ਦਾਦ ਦਿੰਦੇ ਹਾਂ ਜਿਹੜੇ ਬੰਦੇ ਨੇ ਕਿਤਾਬ ਤੇ ਛਾਪਿਆ ਵਾ, ਹਾਂ ਜਿਹਨੇ ਇਹ ਨਿਜ਼ਮ ਛਾਪੇ ਨੇ, ਕਿਆ ਬਾਤ, ਕਿੰਨਾ ਦਿਮਾਗ ਕੰਮ ਕਰਦਾ ਹਾਂ ਉਹ ਮੇਰੇ ਖਿਆਲ ਕਾਫੀ ਲੰਮਾ ਚੌੜਾ, ਹਰ ਭਾਸ਼ਾ ਦੇ ਸ਼ਬਦਾਂ ਨੂੰ ਜਿਹੜੀ ਸੀਗੀ ਵੀ ਆਹ ਸ਼ਬਦ ਤੁਸੀਂ ਨਹੀਂ ਯੂਜ਼ ਕਰ ਸਕਦੇ ਉੱਥੇ। ਜੀ ਜੇ ਇਹ ਲਾਗੂ ਹੁੰਦਾ ਤੇ ਕੱਲ ਨੂੰ ਇਹ ਬਕਾਇਦਾ ਤੌਰ ਤੇ ਵਿਧਾਨ ਸਭਾਵਾਂ 'ਚ ਵੀ ਇਹ ਬਿਮਾਰੀ ਲੱਗੇਗੀ। ਠੀਕ ਹੈ ਨਾ। ਮੈਨੂੰ ਵੈਸੇ ਇੱਕ ਚੀਜ਼ ਨਾਲ ਮੈਂ ਇਹ ਵੀ ਕਹਿੰਦਾ ਕਿ ਠੀਕ ਹੈ, ਵੈਸੇ ਇਸ ਭਾਸ਼ਾ ਦੀ ਵਰਤਣੀ ਚਾਹੀਦੀ, ਸੰਜੀਦਾ ਗੱਲਾਂ ਕਰਨੀਆਂ ਚਾਹੀਦੀਆਂ। ਕਰੋੜਾਂ ਰੁਪਏ ਦੇ ਤੁਸੀਂ ਜਿਹੜਾ ਸਮਾਂ ਬਰਬਾਦ, ਕਰੋੜਾਂ ਮਿੰਟ ਲੋਕਾਂ ਦੇ ਬਰਬਾਦ ਕਰਦੇ ਹੋ ਤੁਸੀਂ, ਹਿਊਮਨ ਆਵਰਸ ਬਰਬਾਦ ਕਰਦੇ ਹੋ। ਕੰਮ ਦੀ ਗੱਲ ਕੋਈ ਨਹੀਂ, ਉੱਥੇ ਠਠੋਰੇ ਹੋਸ਼ਾਪਣ ਤਮਾਸ਼ਾ ਖੜਾ ਕਰਕੇ ਆ ਜਾਂਦੇ ਹੋ ਤੇ ਲੋਕਾਂ ਨੂੰ ਐਂ ਲੱਗਦਾ ਕਿ ਸਾਡਾ ਤਾਂ ਮੈਂਬਰ ਪਾਰਲੀਮੈਂਟ ਬੋਲਿਆ ਹੀ ਬਹੁਤ ਤਕੜਾ, ਪਰ ਅਸਲ ਮੁੱਦੇ ਜਿਹੜੇ ਆ ਤੁਹਾਡੇ ਹੋਛੇਪਣ ਦੇ ਵਿੱਚ ਦੱਬ ਕੇ ਰਹਿ ਜਾਂਦੇ ਨੇ। ਇਹ ਗੱਲ ਬਹੁਤ ਜ਼ਰੂਰੀ ਹੈ ਕਿ ਸੱਭਿਅਤ ਹੋਣਾ ਚਾਹੀਦਾ। ਕੰਮ ਦੀ ਗੱਲ ਕਰੋ, ਸਟੀਕ ਗੱਲ ਕਰੋ, ਟਾਕ ਟੂ ਦਾ ਪੁਆਇੰਟ, ਮਸਲਾ ਲੈ ਕੇ ਗੱਲ ਕਰੋ। ਜੇ ਤੁਸੀਂ ਉੱਥੇ ਸਹੀ ਮਸਲਾ ਉਠਾਓਗੇ ਤੁਹਾਡੀ ਗੱਲ ਵੀ ਸੁਣੀ ਜਾਊਗੀ, ਸੰਜੀਦਗੀ ਨਾਲ ਸੁਣੀ ਜਾਊਗੀ। ਨਹੀਂ ਤਾਂ ਕਿਤੇ ਫਿਰ ਤੁਸੀਂ ਸਾਡੇ ਮੋਦੀ ਚੁਟਕਲੇ ਸੁਣਨ ਦੇ ਲਈ ਸੱਦ ਲੈਂਦਾ ਤੇ ਕਿਤੇ ਫਿਰ ਰਾਹੁਲ ਗਾਂਧੀ ਸੱਦ ਲੈਂਦਾ, ਤੇ ਚੁਟਕਲਾ ਇੱਕ ਜਿਹਨੂੰ ਆਪਾਂ ਕਹਿੰਦੇ ਆ ਕਿ ਲਾਫਟਰ ਸ਼ੋਅ ਬਣ ਕੇ ਰਹਿ ਜਾਂਦੇ ਨੇ ਇਹੋ ਜਿਹੀਆਂ ਗੱਲਾਂ ਜਿਹੜੀਆਂ। ਗਾਣੇ ਵਾਲੀਆਂ ਸਾਹਿਬ ਅੱਜ ਤੋਂ 40-50 ਸਾਲ ਪਿੱਛੇ ਚੱਲੇ ਤੁਸੀਂ ਜੀ, ਤੇ ਪੰਚਾਇਤ ਨੂੰ ਲੋਕੀ ਰੱਬ ਦਾ ਰੂਪ ਸਮਝਦੇ। ਮੈਂ ਕਿਹਾ ਜੀ ਅਗਲਾ ਕਹਿੰਦੇ ਪੰਚਾਇਤ ਨੇ ਜੋ ਕਹੇ ਤਾਂ ਠੀਕ ਆ, ਬਸ ਬੋਲਦਾ ਹੀ ਨਹੀਂ ਸੀ ਬੰਦਾ ਅੱਗੇ, ਨਹੀਂ ਸੀ ਬੋਲਦਾ। ਹਾਂ ਤੇ ਪੰਚਾਇਤ ਦੇ ਵਿੱਚ ਮੈਂ ਸਮਗਲਰਾਂ ਦੇ ਤੇ ਮੈਂ ਬੜੇ ਬਦਮਾਸ਼ਾਂ ਦੇ ਜਿਹੜੇ ਫੈਸਲੇ ਹੁੰਦੇ ਵੇਖੇ। ਬਿਲਕੁਲ ਜੀ। ਜਦੋਂ ਪੰਚਾਇਤ ਬਹਿੰਦੀ ਸੀ, ਪੰਚਾਇਤ ਦੇ ਸਾਹਮਣੇ ਆਪਣੀ ਤਰਤੀਬ ਵੱਲ ਗੱਲ ਕਰਦੇ, ਸਰਦਾਰ ਕੇ ਗੱਲ ਕੀ, ਸਰਦਾਰ ਫਲਾਣੇ ਸ਼ਾਇਦ ਤੂੰ ਫਲਾਣੇ ਨਹੀਂ ਫਲਾਣੀ ਗੱਲ, ਸਰਦਾਰ ਕੇ ਗੱਲ ਕਰਦੇ ਸ਼ਾਇਦ ਇਹਨਾਂ ਸਰਕਾਰ। ਬਿਲਕੁਲ ਜੀ ਬਿਲਕੁਲ। ਹਾਂ ਲੇਕਿਨ ਪਹਿਲਾਂ ਜਿਹੜੀ ਸਾਡੀ ਵਿਧਾਨ ਸਭਾ ਦੀ ਗੱਲ ਹੁੰਦੀ ਏਦਾਂ ਹੀ ਹੁੰਦੀ ਸੀ। ਹਾਂ ਦੂਜੇ ਦੀ ਪੂਰੀ ਰਿਸਪੈਕਟ ਕਰਕੇ ਗੱਲ ਆਪਣੀ ਕਰਨੀ, ਭਾਵੇਂ ਗੱਲ ਉਹਦੇ ਵਿਰੁੱਧ ਹੋਵੇ, ਰਿਸਪੈਕਟ ਲੱਗੇ ਕਰਨੀ ਪਈ, ਉਹਨੂੰ ਮਹਿਸੂਸ ਨਾ ਹੋਵੇ ਮੈਂ ਕਹਿਣਾ ਕੀ ਚਾਹੁੰਦਾ। ਬਿਲਕੁਲ। ਤੇ ਹੁਣ ਜਿਹੜੀ ਮਜੀਠੀਏ ਦੀ ਤੇ ਗੁਰਜੀਤ ਰਾਣੇ ਦੀ ਗੱਲਬਾਤ ਹੋਈ ਸੀ ਕਿ ਉਹ ਮਰਿਆਦਾ ਸੀ ਉੱਥੇ ਨਾ, ਇਸੇ ਕਰਕੇ ਉਹ ਮਰਿਆਦਾ ਦੀ ਗੱਲ ਕੀਤੀ ਓਮ ਬਿਰਲਾ ਨਾਲ ਵੀ ਤੁਸੀਂ ਲਫ਼ਜ਼ ਵਰਤੋ ਜਿਹੜੇ ਗਦਾਰ ਵਰਤ ਸਕਦੇ, ਜਿਹੜੇ ਅਨਪਾਰਲੀਮੈਂਟ ਲਫ਼ਜ਼ ਨਾ ਵਰਤੋ। ਬਿਲਕੁਲ। ਲੇਕਿਨ ਜਿਹੜੇ ਲਫ਼ਜ਼ ਤੁਸੀਂ ਮਰਿਆਦਾ 'ਚ ਰਹਿ ਕੇ ਵਰਤਨੇ, ਉਹ ਵੀ ਮਰਿਆਦਾ 'ਚ ਰਹਿ ਕੇ ਵਰਤੋ। ਇਹ ਨਹੀਂ ਗੱਲ ਕਿ ਤੁਸੀਂ ਆਪਣੀ ਮਰਜ਼ੀ ਜਿੱਦਾਂ ਮਰਜ਼ੀ ਨੂੰ ਕਹੀ। ਬਿਲਕੁਲ। ਉਹ ਨਾ ਮੈਨੂੰ ਮੇਰੇ ਬਜ਼ੁਰਗ ਦਾਦਾ ਜੀ ਦੀ ਗੱਲ ਯਾਦ ਆਉਂਦੀ ਹੈ। ਮੈਂ ਛੋਟਾ ਜਿਹਾ ਹੁੰਦਾ ਸੀ, ਮੈਨੂੰ ਉਹਨਾਂ ਦੀ ਨਾ ਪੰਚਾਇਤੀ ਮਾਮਲਿਆਂ ਦੇ ਵਿੱਚ ਉਹਨਾਂ ਕੋਲ ਬੈਠਣ ਦਾ ਬੜਾ ਸਮਾਂ ਮਿਲਿਆ ਤੇ ਮੈਨੂੰ ਬਿਠਾਉਂਦੇ ਵੀ ਸੀ। ਕੋਈ ਬੰਦੇ ਦੋ ਲੜ ਪਏ ਤੇ ਗਾਲਾਂ ਕੱਢਣ ਲੱਗ ਪਏ, ਉਹਨਾਂ ਨੇ ਸੋਟੀ ਚੱਕ ਕੇ ਮਾਰੀ ਉਹਨਾਂ ਦੇ। ਉਹ ਕਹਿੰਦੇ ਉਹ ਗੱਲ ਸੁਣੋ, ਉਹਨਾਂ ਨੇ ਕਿਤੇ ਗਾਲ ਨਹੀਂ ਸੀ ਕੱਢੀ। ਉਹ ਕਹਿੰਦੇ ਤੁਸੀਂ ਮੈਨੂੰ ਗਾਲਾਂ ਕੱਢ ਰਹੇ ਹੋ, ਤੁਸੀਂ ਆਪਸ ਵਿੱਚ ਨਹੀਂ ਕੱਢ ਰਹੇ, ਤੁਸੀਂ ਮੈਨੂੰ ਕੱਢ ਰਹੇ ਹੋ। ਠੀਕ ਹੈ। ਉਹੀ ਗੱਲ ਮੈਨੂੰ ਲੱਗਦਾ ਕਿ ਜਦੋਂ ਤੁਸੀਂ ਉੱਥੇ ਜਾ ਕੇ ਕਿਸੇ ਨੂੰ ਭੰਡ ਕਹਿੰਦੇ ਹੋ, ਕਿਸੇ ਨੂੰ ਕੁਛ ਕਹਿੰਦੇ ਹੋ, ਤਾਂ ਤੁਸੀਂ ਆਪਦੇ ਵੋਟਰਾਂ ਨੂੰ ਕਹਿ ਰਹੇ ਹੋ, ਨਾ ਕਿ ਅਗਲੇ ਨੂੰ ਕਹਿ ਰਹੇ ਹੋ, ਕਿਉਂਕਿ ਵੋਟਰਾਂ ਨੇ ਤਾਂ ਤੁਹਾਨੂੰ ਬਹੁਤ ਵਧੀਆ ਚੁਣ ਕੇ ਭੇਜਿਆ ਸੀ। ਬਿਲਕੁਲ। ਸੋ ਮੈਨੂੰ ਇਹ ਚੀਜ਼ ਯਾਦ ਆਈ ਉਹਨਾਂ ਦੀ, ਇਹ ਗੱਲ ਬੜੀ ਅੱਛੀ, ਮੈਂ ਕਹਿੰਦਾ ਕਿ ਚੰਗੀ ਗੱਲ ਹੈ। ਕੰਮ ਦੀ ਗੱਲ ਕਰਕੇ ਉਹ ਡਾਂਗ ਸੋਟੇ ਵਾਲਾ ਤਮਾਸ਼ਾ ਨਹੀਂ ਹੋਣਾ ਚਾਹੀਦਾ ਉੱਥੇ। ਜੀ। ਤੇ ਪੱਟੀ ਸਾਹਿਬ ਕੁਛ ਹੋਰ ਕਰਨਾ ਚਾਹੁੰਦੇ ਸਾਂਝਾ ਕੇਸ ਆ? ਕਰੋ ਤੇ ਕੋਈ ਨਹੀਂ ਕਰਨਾ। ਤੇ ਹੁਣ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਨੇ ਬੂਰੀਆਂ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਛਾਪਣ ਵਾਲੇ ਸ਼ੈਲਰ ਮਾਰਕਾਂ ਤੇ ਪਰਚਾ ਦਰਜ ਕਰਵਾ ਦਿੱਤਾ ਗਿਆ ਜੀ। ਹਰਿਮੰਦਰ ਸਾਹਿਬ ਦੀ ਤਸਵੀਰ ਛਾਪਣਾ ਵੀ ਗੁਨਾਹ ਹੋ ਗਿਆ ਹੁਣ। ਦੇਖੋ, ਪਰਚਾ ਦਰਜ ਕਰਾਉਣਾ ਕਿਸੇ ਗੱਲ ਦਾ ਕੋਈ ਹੱਲ ਨਹੀਂ ਹੈਗਾ ਜੀ। ਜੇ ਉਹਨਾਂ ਕੋਈ ਗਲਤੀ ਕੀਤੀ ਤੇ ਮੈਨੂੰ ਇਹ ਦੱਸੋ, ਜਦੋਂ ਗਿਆਨੀ ਗੁਰਬਚਨ ਸਿੰਘ ਹੋਰੀ ਅਕਾਲ ਤਖਤ ਦੇ ਜਥੇਦਾਰ ਸੀ ਜੀ, ਉਹਨਾਂ ਨੇ ਇੰਨੀ ਗੱਲ ਕਹੀ ਸੀ ਕਿ ਅਖਬਾਰਾਂ ਦੇ ਵਿੱਚ ਗੁਰੂ ਸਾਹਿਬ ਦੀਆਂ ਤਸਵੀਰਾਂ ਤੇ ਜਿਹੜਾ ਪ੍ਰਕਾਸ਼ ਕੀਤਾ ਗੁਰੂ ਗ੍ਰੰਥ ਸਾਹਿਬ ਨਾਲ ਛਪਿਆ, ਬਕਾਇਦਾ ਤੌਰ ਤੇ ਆਦੇਸ਼ ਜਾਰੀ ਕੀਤਾ ਸੀ। ਉਹਨਾਂ ਕੋਲ ਆਪਣੇ ਕੋਲ ਫੋਰਸ ਨਹੀਂ ਪਏਗੀ ਜੀ। ਉਹਨਾਂ ਦੇ ਆਦੇਸ਼ ਜਾਂ ਸੰਗਤਾਂ ਨੇ ਲਾਗੂ ਕਰਾਉਣੇ ਜਾਂ ਸ਼੍ਰੋਮਣੀ ਕਮੇਟੀ ਲਾਗੂ ਕਰਾਉਣੇ ਜੀ। ਤੇ ਅਗਲੇ ਦਿਨ ਫਰੰਟ ਪੇਜ ਤੇ ਸਭ ਤੋਂ ਪਹਿਲਾਂ ਸਪੋਕਸਮੈਨ ਨੇ ਉਹਦੀ ਉਲੰਘਣਾ ਕੀਤੀ। ਉਹ ਕੱਖ ਨਹੀਂ ਸੀ ਕਰ ਸਕਦੇ ਜੀ। ਹੁਣ ਅਖਬਾਰਾਂ 'ਚ ਫੋਟੋ ਨਹੀਂ ਛਪਦੀ ਹੈ। ਮੈਂ ਉਸੇ ਗੱਲ ਤੇ ਮੈਂ ਅਖਬਾਰਾਂ ਦੀ ਹਾਲਤ ਕਿੰਨੀ ਮਾੜੀ ਹੁੰਦੀ ਹੈ। ਉਹਦੇ ਵਿੱਚ ਮੱਛੀ ਉੱਤੇ ਪੈਰਾਂ 'ਚ ਰੁਲਦਾ, ਕੀ ਨਹੀਂ ਕਰਦਾ ਕਿ ਆਪਾਂ ਦੱਸੋ। ਠੀਕ ਆ।
ਉਹਨਾਂ ਲਿਫਾਫੇ ਪਾ ਕੇ ਕਈ ਜਿਹੜੀਆਂ ਮਾੜੀਆਂ ਪਈਆਂ ਇੰਨੀ ਉਹਦੇ ਵਿੱਚ। ਇਸ ਕਰਕੇ ਉਹਨਾਂ ਦੀ ਤਸਵੀਰ ਕਿਹੋ ਜਿਹੀ ਛਾਪੀ ਉਹ ਕਹਿੰਦੇ ਅਸੀਂ ਨਹੀਂ ਜੀ, ਇਹ ਬਾਹਰੋਂ ਇਹ ਬਾਦਲ ਸਾਡੇ ਕੋਲ ਆਇਆ ਸੀ, ਉਹ ਅਸੀਂ ਭਰਿਆ ਵਾ, ਸਾਡੇ ਕੋਲ ਕਹਿੰਦੇ 60 ਕਿੰਨਾ ਸੀਗੇ ਕਨਈਏ ਨਹੀਂ, ਖਾਲੀ ਕਰੋ ਪਰਚਾ ਦਿਓ ਉਹਨਾਂ ਤੇ ਜੀ, ਉਹਨਾਂ ਦਿਓ ਦੋਵਾਂ ਪਿਓ ਪੁੱਤਾਂ ਤੁਸੀਂ 295 ਦਾ ਪਰਚਾ ਦਵਾ ਕੇ ਕਿਹੜਾ ਮਾਰਕਾ ਮਾਰ ਲਿਆ। ਜਦੋਂ ਮਾਫੀ ਮੰਗਣ ਦੇ ਵੀ ਬਾਹਰੋਂ ਬਾਰਦਾਨ ਆਇਆ, ਅਸੀਂ ਚੈੱਕ ਨਹੀਂ ਕੀਤਾ ਸੀ, ਜੇ ਗਲਤੀ ਹੋ ਗਈ ਤਾਂ ਲੋ ਹੱਥ ਜੋੜੇ ਅਸੀਂ ਬੰਦ ਕਰ ਦਿੰਦੇ ਆਪਾਂ ਜੀ। ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਇੱਕ ਸਟੇਜ ਤੋਂ ਸਪੀਚ ਚ ਇੰਨੀ ਗੱਲ ਕਹੀ ਸੀ ਜੀ, ਕਹਿੰਦਾ ਸਾਡੇ ਕੋਲ ਲੋਕ ਆਉਂਦੇ ਵੀ ਅਸੀਂ ਆਪਣੇ ਘਰਾਂ ਦੇ ਵਿੱਚ ਗੁਟਕੇ ਵੀ ਜਿਹੜੇ ਉਹ ਗੁਰਦੁਆਰੇ ਪਹੁੰਚਾਤੇ, ਪਤਾ ਨਹੀਂ ਕਿਹੜੇ ਮਾੜੀ ਮੋਟੀ ਗਿਆ ਹੋ ਜਾਣੀ, ਤੇ ਇਹਨਾਂ ਸਤਿਕਾਰ ਕਮੇਟੀ ਵਾਲੇ ਸਾਰੇ ਪਰਚਾ ਕਰਨਾ। ਪਰਚਾ ਕਿਉਂ ਕਰਾਈ? ਅਸੀਂ ਇਹੋ ਜਿਹੇ ਧਰਮ ਕੋ ਕੀ ਲੈਣਾ ਜੀ। ਮੈਂ ਨਹੀਂ ਕਹਿ ਰਿਹਾ, ਗਿਆਨੀ ਹਰਪ੍ਰੀਤ ਸਿੰਘ ਹੈ ਸਾਡੇ ਵਾਸਤੇ ਤਰਾਸਦੀ ਹੈ। ਹਾਂਜੀ, ਅਸੀਂ ਜੇ ਕਿਸੇ ਨਾਲ ਪੇਸ਼ ਹੋਣਾ ਤੇ ਤਰੀਕੇ ਤੇ ਸਲੀਕੇ ਨਾਲ ਪੇਸ਼ ਆਈ, ਭਾਈ ਆਹ ਗਲਤ ਆ, ਉਹਨੂੰ ਸਮਝਾਈਏ ਵੀ ਗਲਤ ਕਿਵੇਂ। ਹਾਂਜੀ, ਤੇ ਫਿਰ ਤੇ ਗੱਲ ਬਣ ਜਾਂਦੀ ਹੈ। ਤੇ ਜੇ ਪਰਚਾ ਕਰਕੇ ਅੰਦਰ ਕਰਕੇ ਅਸੀਂ ਕਿਹੜਾ ਮਾਰਕਾ ਮਾਰ ਲਿਆ। ਇਸ ਕਰਕੇ ਜਿਹੜੀਆਂ ਤੁਸੀਂ ਗੱਲ ਕਰਦੇ ਹੋ ਠੀਕ, ਉਹਨਾਂ ਬੋਰੀਆਂ ਤੇ ਨਹੀਂ ਛਾਪਣੀ ਚਾਹੀਦੀ। ਦਰਵਿੰਦਰ ਸਾਹਿਬ ਜੀ ਤੁਸੀਂ ਚਲੋ ਗਲਤੀ ਕਰ ਲਈ, ਤੁਸੀਂ ਸਿੱਧਾ ਕਹਿ ਦਿਓ ਭਾਈ ਇਹ ਗਲਤ ਹੋਇਆ, ਇਹ ਠੀਕ ਕਰ ਲਓ ਜੀ। ਪਰਚਾ ਕਰਾਤਾ, ਅਖਬਾਰਾਂ ਜਿਹੜੇ ਅਖਬਾਰਾਂ ਛਾਪਦੀਆਂ ਕੀ ਕਰੋਗੇ ਜੀ। ਜੀ ਹਾਂਜੀ ਚੀਮਾ ਸਾਹਿਬ ਸਤਿ ਸ਼੍ਰੀ ਅਕਾਲ। ਆਉਣੇ ਹਾਂਜੀ ਸਤਿ ਸ਼੍ਰੀ ਅਕਾਲ ਦੋਨੇ ਵੀਰਾਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ। ਭਾਜੀ ਆਪਣੇ ਡਾਇਲ ਟੂ ਲਿਸਨ ਨੰਬਰ ਨਹੀਂ ਚੱਲ ਰਿਹਾ ਐਪ ਤੇ ਸੁਣ ਰਿਹਾ ਮੈਂ। ਵੈਸੇ ਉਹਨਾਂ ਦੀ ਜੀ ਪ੍ਰੋਬਲਮ ਆ ਜਾਂਦੀ ਹੈ। ਤੁਹਾਡੇ ਨਿਊਯਾਰਕ ਵਾਲੇ ਉਹ ਕੰਪਨੀ ਹੈ ਨਾ ਜਿਹੜੀ, ਉਹੀ ਥੋੜਾ ਜਿਹਾ ਤੰਗ ਕਰ ਰਹੀ ਹੈ। ਉਹਨਾਂ ਨੂੰ 2-3 ਵਾਰੀ ਰਿਕੁਐਸਟ ਵੀ ਕੀਤੀ, ਉਹ ਡਾਊਨ ਹੋ ਜਾਂਦਾ ਜੀ ਉਹਨਾਂ ਦਾ ਡਾਇਲ ਟੂ ਲਿਸਨ। ਹਾਂਜੀ ਬਿਲਕੁਲ ਨਹੀਂ ਚੱਲ ਰਿਹਾ। ਮੈਂ ਉਹਨਾਂ ਨੂੰ ਬੇਨਤੀ ਕਰਦਾ, ਵਾਲੇ ਦੇ ਵੀ ਦੇਖਿਆ ਮੈਂ ਬੇਨਤੀ ਨੰਬਰ ਤੇ ਵੀ, ਪਰ ਉਹ ਗੱਲ ਬਣ ਨਹੀਂ ਰਹੀ। ਤੇ ਮੈਂ ਤਾਂ ਵੈਸੇ ਸੁਣ ਰਿਹਾ ਐਪ ਤੇ, ਨਾਲ ਦੇ ਕਹਿ ਰਿਹਾ ਕਹਿੰਦੇ ਨੰਬਰ ਨਹੀਂ ਚੱਲ ਰਿਹਾ। ਮੈਂ ਕੋਈ ਮੈਂ ਇੰਸਟਾਲ ਕਰਦਾ ਮੈਂ ਭਾਜੀ। ਨਹੀਂ ਉਹ ਕਰ ਦਿੰਦੇ। ਕੀ ਗੱਲ ਉਹ ਨੈਟ ਦੇ ਉੱਤੇ ਪ੍ਰੋਬਲਮ ਆਉਂਦੀ ਹੈ ਜੀ ਕਿ ਡਾਇਲ ਟੂ ਲਿਸਨ ਦੇ ਵਿੱਚ ਨੈਟ ਤੇ ਚੱਲ ਰਿਹਾ, ਐਪ ਤੇ ਚੱਲ ਰਿਹਾ, ਪਰ ਉਹ ਜਿਹੜਾ ਡਾਇਲ ਟੂ ਲਿਸਨ ਨੰਬਰ ਆ ਉਹਦੇ ਵਿੱਚ ਫਿਰ ਤੁਸੀਂ ਕਾਨਫਰੰਸ ਚ ਪਾ ਲੈਂਦੇ ਨਾ ਸਾਰੇ ਇੱਕ ਦੂਜੇ ਨੂੰ, ਹੈ ਨਾ। ਇਹ ਵੀ ਗੱਲ ਹਾਂਜੀ 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 ਚਲੋ ਕਰਦੇ। ਧੰਨਵਾਦ ਜੀ ਕਰਦਾ ਮੈਂ ਚੀਮਾ ਸਾਹਿਬ। ਤੇ ਬਾਈ ਜੀ ਸੁਖਵਿੰਦਰ ਸੰਧੂ ਹੋਰਾਂ ਦਾ ਇੱਕ ਸੁਨੇਹਾ ਜੀ, ਉਹਨਾਂ ਦਾ ਬੇਟਾ ਪਿੱਛੇ ਜੇ ਕਾਫੀ ਢਿੱਲਾ ਹੋ ਗਿਆ ਸੀਗਾ ਤੇ ਗੁਰੂ ਮਹਾਰਾਜ ਅੱਗੇ ਉਹਨਾਂ ਨੇ ਅਰਦਾਸ ਕੀਤੀ ਸੀ ਤੇ ਅਰਦਾਸ ਗੁਰੂ ਮਹਾਰਾਜ ਨੇ ਕਬੂਲ ਕੀਤੀ ਹੈ। ਤੇ 15 ਜੁਲਾਈ ਨੂੰ ਜਿਹੜਾ ਅਖੰਡ ਪਾਠ ਦਾ ਜਿਹੜਾ ਆਰੰਭ ਹੋਏਗਾ ਤੇ 17 ਜੁਲਾਈ ਨੂੰ ਜਿਹੜਾ ਜੀ ਉਹ ਪਾਠ ਦਾ ਭੋਗ ਪੈਣਾ। ਤੇ ਤੁਸੀਂ ਸਾਰੇ ਵੀਰ ਸੱਜਣ ਮਿੱਤਰ ਹੈ ਜਿਹੜੇ ਜੀ 222 ਸਟਰੀਟ ਵਾਲੇ ਗੁਰੂ ਘਰ ਦੇ ਵਿੱਚ ਕੁਈਨਸ ਦੇ ਵਿੱਚ ਪਹੁੰਚਣ ਦੀ ਖੇਚਲ ਕਰਿਓ। ਸੋ ਲੰਗਰ ਵੀ ਹੈ ਜੀ। ਤੇ ਬਾਈ ਜੀ ਸੰਧੂ ਸਾਹਿਬ ਹੋਰਾਂ ਨੂੰ ਵੀ ਆਪਣੇ ਅਰਦਾਸ ਕਰਦੇ ਹਾਂ ਕਿ ਬੇਟਾ ਅੱਗੇ ਵੀ ਤੰਦਰੁਸਤ ਰਹੇ। ਸੋ ਭੱਟੀ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਮਿਹਰਬਾਨੀ। ਸੋ ਇਸ ਦੇ ਨਾਲ ਹੀ ਮੈਂ ਧੰਨਵਾਦੀ ਹਾਂ ਜੀ ਦਿਓਲ ਬ੍ਰਦਰਸ ਬੇਕਸਫੀਲਡ ਤੋਂ ਬਾਈ ਜੀ ਰਣਜੀਤ ਸਿੰਘ ਗਿੱਲ ਹੋ ਰਹੀ, ਬਾਈ ਭਰਪੂਰ ਸਿੰਘ ਹੋ ਰਹੀ, ਉਹਨਾਂ ਦਾ ਧੰਨਵਾਦੀ ਹਾਂ ਜੀ ਬੇਕਸਫੀਲਡ ਤੋਂ, ਜਿਹੜੇ ਹਮੇਸ਼ਾ ਹੀ ਰੇਡੀਓ ਪੰਜਾਬ ਟੂਡੇ ਨੂੰ ਸਹਿਯੋਗ ਕਰਦੇ ਰਹਿੰਦੇ ਨੇ। ਜਸਪ੍ਰੀਤ ਸਿੰਘ ਮਾਨ ਹੋ ਰਹੀ, ਕਿਸ਼ਨਪੁਰੇ ਵਾਲੇ ਚਮਕੌਰ ਸਿੰਘ ਗਿੱਲ ਹੋ ਰਹੀ, ਗਲਬ ਕਲਾਂ ਤੋਂ, ਤੇ ਮਨਪ੍ਰੀਤ ਸਿੰਘ ਫਰੀਦਕੋਟ ਟਰੱਕਿੰਗ ਵਾਲੇ ਜੀ। ਤੇ ਇਹਨਾਂ ਦਾ ਬੜਾ ਧੰਨਵਾਦੀ ਹਾਂ। ਬਾਈ ਜੀ ਬਲਜੀਤ ਸਿੰਘ ਗੰਡਿਆਨਾ ਤੋਂ, ਤੇ ਮਾਲਵਾ ਬ੍ਰਦਰਸ ਕੁਈਨਸ ਤੋਂ, ਇਹਨਾਂ ਦਾ ਬਹੁਤ ਧੰਨਵਾਦੀ ਹਾਂ। ਮਾਲਵਾ ਬ੍ਰਦਰਸ ਇੱਕ ਗਰੁੱਪ ਹੈ ਜੀ ਸਾਡਾ ਮਾਲਵੇ ਵਾਲਿਆਂ ਦਾ, ਤੇ ਹਮੇਸ਼ਾ ਹੀ ਰੇਡੀਓ ਪੰਜਾਬ ਟੂਡੇ ਨੂੰ ਸਭ ਤੋਂ ਪਹਿਲਾਂ ਜੇ ਗੱਲ ਕਰੀਏ ਤਾਂ ਮਾਲਵਾ ਬ੍ਰਦਰਸ ਵੱਲੋਂ ਤੇ ਜਿਹੜਾ ਹੈਗਾ ਲਖਵਿੰਦਰ ਸਿੰਘ ਚੀਮਾ ਬਾਈ ਜੀ, ਬੱਬੂ ਹੋਰਾਂ ਦਾ ਜਦੋਂ ਫੋਨ ਆਇਆ, ਬਾਈ ਜੀ ਚਰਨਜੀਤ ਸਮਰਾ ਹੋਰੀ, ਇਹਨਾਂ ਵੱਲੋਂ ਰੇਡੀਓ ਪੰਜਾਬ ਟੂਡੇ ਨੂੰ ਸਭ ਤੋਂ ਪਹਿਲਾਂ ਜੇ ਮੈਂ ਗੱਲ ਕਹਾਂ ਤਾਂ ਮੈਂ ਰੇਡੀਓ ਪੰਜਾਬ ਟੂਡੇ ਨੂੰ ਉੱਥੋਂ ਜਿਹੜਾ ਪਰਿਵਾਰ ਮਿਲਿਆ। ਬਾਈ ਜੀ ਬਲਰਾਜ ਸਿੰਘ ਪੱਡਾ ਹੋਰੀ ਵਰਜੀਨੀਆ ਤੋਂ, ਮਹਿਤਾਬ ਸਿੰਘ ਕਾਲੋਂ ਹੋਰੀ, ਡਾਕਟਰ ਸੁਰਿੰਦਰ ਸਿੰਘ ਹੋਰੀ 6 ਆਫ USA, ਅਮਰਜੀਤ ਸਿੰਘ ਗਰੇਵਾਲ ਹੋਰੀ ਬਾਈ ਜੀ ਵਰਜੀਨੀਆ ਤੋਂ, ਕਲਮਾਜ਼ੂ ਤੋਂ ਬਾਈ ਜੀ ਲਾਲੀ ਹੋਰੀ ਤੇ ਕਾਕਾ ਬਾਈ ਜੀ ਹੋਰੀ, ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦੀ ਹਾਂ ਜੀ। ਤੇ ਇਸ ਦੇ ਨਾਲ ਹੀ ਬਾਈ ਜੀ ਗੁਰਿੰਦਰ ਗਰੇਵਾਲ ਹੋਰੀ, ਬਲਵੀਰ ਸਿੰਘ ਉਸਮਾਨਪੁਰ, ਹਰਜਾਪ ਸਿੰਘ ਬਾਈ ਜੀ, ਹਰਦੀਪ ਗਿੱਲ ਹੋਲੀ, ਜਗਰੂ ਪਾਠ ਹੋਲੀ ਵਾਸ਼ਿੰਗਟਨ ਤੋਂ। ਤੇ ਵਾਸ਼ਿੰਗਟਨ ਫਰੇਟ ਸਰਵਿਸ ਸ਼ੈਟਲ ਦੇ ਵਿੱਚ ਹੈ ਜੀ। ਤੁਸੀਂ ਲੋਕਲ ਏਰੀਆ ਜੋਬ ਚਾਹੁੰਦੇ ਹੋ ਤਾਂ ਸੁਬਾਹ ਜਾ ਕੇ ਸ਼ਾਮ ਨੂੰ ਘਰੇ ਅੱਛਾ ਬੋਨਸ ਵੀ ਦਿੱਤਾ ਜਾਂਦਾ ਹੈ। ਤੁਸੀਂ ਗੁਰਵਿੰਦਰ ਧਾਲੀਵਾਲ ਹੋਰਾਂ ਦੇ ਨਾਲ 2063544060 ਤੇ ਜਗਦੇਵ ਸੰਧੂ ਹੋਰਾਂ ਨਾਲ 2532666692 ਹੋਰ ਤੇ ਕਾਲ ਕਰ ਸਕਦੇ ਹੋ। ਹਰਚਰਨ ਬਾਈ ਜੀ ਸਤਿ ਸ਼੍ਰੀ ਅਕਾਲ। ਹਾਂਜੀ ਭੱਟੀ ਸਾਹਿਬ ਰਾਨੀਵਾਲੀਆ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ।
ਜਿੱਥੋਂ ਤੱਕ ਇਹਨਾਂ ਦਾ ਸਤਿਕਾਰ ਕਮੇਟੀ ਵਾਲਿਆਂ ਦਾ ਨਾ, ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਹੈਗਾ, ਇਹਨਾਂ ਦੀ ਆਦਤ ਬਣ ਚੁੱਕੀ ਹੈਗੀ ਆ, ਇਹ ਆਪਣਾ ਗੁਰੂ ਸਾਹਿਬਾਨ ਦਾ ਸਤਿਕਾਰ ਘੱਟ ਕਰਾਉਂਦੇ ਨੇ ਜੀ, ਤੇ ਦੂਜੇ ਪਾਸੇ ਜ਼ਿਆਦਾ ਲਿਆਂਦੇ ਨੇ। ਆ ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਨੇ ਜਦੋਂ ਉਹ ਗਾਣੇ ਦਾ ਵਿਵਾਦ ਹੋਇਆ ਸੀਗਾ, ਦੋਨਾਂ ਪਰਿਵਾਰਾਂ ਤੋਂ, ਮਾਤਾ ਪਿਤਾ ਤੋਂ, ਉਹ ਕਹਿੰਦਾ ਮੈਂ ਉਦੋਂ ਕਿਹਾ, ਮੈਂ ਜੇ ਉਹ ਕਹਿੰਦੇ ਵੀ ਮੈਨੂੰ ਸਭ ਤੋਂ ਜਿਹੜੀ ਹੈਰਾਨੀ ਹੋਈ ਵੀ ਮਾਂ ਭੈਣ ਤੋਂ ਬਿਨਾਂ ਉਹਨਾਂ ਨੇ ਗੱਲ ਹੀ ਨਹੀਂ, ਮੈਂ ਉਹ ਕਹਿੰਦਾ ਮੈਂ ਕਿਹਾ, ਮੈਂ ਤੁਸੀਂ ਸਤਿਕਾਰ ਕਮੇਟੀ ਦੇ ਨਾਂ ਹੇਠ ਕੰਮ ਕਰ ਰਹੇ ਹੋ ਹਾਂਜੀ, ਤੇ ਤੁਹਾਡੇ ਗਾਲ ਤੋਂ ਬਿਨਾਂ ਦੂਜਾ ਲਫ਼ਜ਼ ਤੁਹਾਡੇ ਮੂੰਹ ਚੋਂ ਨਿਕਲ ਹੀ ਨਹੀਂ ਰਿਹਾ ਗਿਆ। ਹਾਂ ਚਲੋ ਥੈਂਕ ਯੂ, ਕਰੋ ਇੱਕ ਵਿਸ਼ਾ ਜੀ, ਧੰਨਵਾਦ। ਆਪਾਂ ਗੱਲਬਾਤ ਜਾਰੀ ਰੱਖਾਂਗੇ। ਫੋਨ ਕਾਲਸ ਦੀਆਂ ਦੋਨੋਂ ਨੰਬਰ ਜਿਹੜੇ ਨੇ ਜੀ ਖੁੱਲੇ ਨੇ 92 164 10 666 ਤੇ 98 149 10 666 ਦੇ ਉੱਤੇ ਤੁਹਾਡੇ ਨਾਲ ਗੱਲਬਾਤ ਹੋਏਗੀ। ਸੋ ਸੰਸਦ ਭਵਨ ਕੰਪਲੈਕਸ ਦੇ ਵਿੱਚ ਧਰਨੇ, ਪ੍ਰਦਰਸ਼ਨ, ਹੜਤਾਲ ਦੇ ਉੱਤੇ ਪਾਬੰਦੀ ਲਾ ਦਿੱਤੀ ਗਈ ਹੈ। ਇਹਦੇ ਉੱਤੇ ਗੱਲਬਾਤ ਕਰਾਂਗੇ ਤੇ ਪੰਜਾਬ ਦੀ ਆਪ ਸਰਕਾਰ ਦੇ ਜਿਹੜੀਆਂ ਚੁਣੌਤੀਆਂ ਨੇ, ਆਮ ਆਦਮੀ ਪਾਰਟੀ ਨੂੰ ਖਾਸ ਬਣਾਉਣ ਵਾਲੀ ਪੰਜਾਬ ਦੀ ਆਮ ਜਨਤਾ ਜਿਹੜੀ ਹੈ ਉਹ ਕੀ ਚਾਹੁੰਦੀ ਹੈ ਤੇ ਭਗਵੰਤ ਮਾਨ ਹੋਰਾਂ ਨੂੰ ਅੱਗੇ ਕਿਸ ਏਜੰਡੇ ਦੇ ਉੱਤੇ ਕੰਮ ਕਰਨਾ ਚਾਹੁੰਦਾ। ਤੁਹਾਡੀਆਂ ਕਾਲਸ ਦੇ ਉਡੀਕ ਹੈ, ਤੁਸੀਂ ਆਪਣੇ ਵਿਚਾਰ ਸਾਨੂੰ ਖੁੱਲ੍ਹੇ ਰੂਪ ਦੇ ਵਿੱਚ ਦੇ ਸਕਦੇ ਹੋ। ਸੋ ਹਮੇਸ਼ਾ ਹੀ ਹੁਣ ਕੋਸ਼ਿਸ਼ ਰਹੇਗੀ, ਬੇਸ਼ੱਕ ਮੇਰੀ ਸਿਹਤ ਇੰਨੀ ਇਜਾਜ਼ਤ ਨਹੀਂ ਦਿੰਦੀ, ਤੁਹਾਡੇ ਲਿਸਨਰਸ ਦੀ ਸ਼ਮੂਲੀਅਤ ਹੁਣ ਅਸੀਂ ਅੱਗੇ ਨਾਲੋਂ ਜ਼ਿਆਦਾ ਵਧਾਵਾਂਗੇ। ਹਰ ਰੋਜ਼ ਜਿਹੜੀਆਂ ਇੱਕ ਵਿਸ਼ਾ ਰੱਖਿਆ ਕਰਾਂਗੇ, ਇਸ ਵਿਸ਼ੇ ਦੇ ਉੱਤੇ ਤੁਹਾਡੀਆਂ ਕਾਲਸ ਲਈਆਂ ਜਾਣਗੀਆਂ। ਸੋ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ। ਜੁੜੇ ਰਹੋ ਰੇਡੀਓ ਪੰਜਾਬ ਟੁਡੇ ਦੇ ਨਾਲ।